ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਦਿਨ ਰੈਣ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ। ਆਪ ਤਿਆਗ ਸ਼ਰਣੀ ਪਵਾ ਮੁਖ ਬੋਲੀ ਮਿਠੜੇ ਬੈਣ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸ਼ਰਣੀ ਪਵਾ ਮੁਖ ਬੋਲੀ ਮਿਠੜੇ ਬੈਣ। ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਣ ਪੈਣ। ਹਰ ਪਿਰ ਬਿਨ ਚੈਨ ਨ ਪਾਈਐ ਖੋਜ ਡਿਠੇ ਸਭ ਗੈਣ। ਹਰ ਪਿਰ ਬਿਨ ਚੈਨ ਨ ਪਾਈਐ ਖੋਜ ਡਿਠੇ ਸਭ ਗੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਅੰਮ੍ਰਿਤ ਵੇਲੇ ਪਰਸੋਂ ਰੋਜ਼ ਤੋਂ ਲੈ ਕਰਕੇ ਅੰਗਰੇਜ਼ੀ ਡੇਟਾਂ ਮੁਤਾਬਕ ਨਵੇਂ ਸਾਲ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਲਾਹੀ ਬਾਣੀ ਰੱਬੀ ਬਾਣੀ ਦੇ ਅਖੰਡ ਜਾਪ ਆਰੰਭ ਕੀਤੇ ਗਏ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ। ਉਪਰੰਤ ਸ਼ਬਦ ਕੀਰਤਨ ਹੋਏ। ਆਓ ਪਵਿੱਤਰ ਬਾਣੀ ਦੀ ਰੋਸ਼ਨੀ ਵਿੱਚ ਜਾਣੀਏ ਕਿ ਅਸਲ ਵਿੱਚ ਮਨੁੱਖ ਦਾ ਕੀ ਕਰਮ ਹੈ। ਕਿਉਂਕਿ ਨਵਾਂ ਸਾਲ ਹੀ ਨਹੀਂ, ਰੋਜ਼ਾਨਾ ਨਵਾਂ ਦਿਨ ਸਾਨੂੰ ਮਿਲਦਾ, ਨਵਾਂ ਸਵਾਸ ਮਿਲਦਾ। ਕਿ ਅਸੀਂ ਸਾਲ ਬਾਅਦ ਹੀ ਸ਼ੁਕਰੀਆ ਕਰਨਾ ਜਾਂ ਰੋਜ਼ਾਨਾ ਹੀ ਕਰਨਾ ਹੈ। ਧੰਨ ਧੰਨ ਸ਼੍ਰੀ ਗੁਰੂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਰਾਹੀਂ ਜੋ ਰਾਗ ਮਾਝ ਦੇ ਵਿੱਚ ਦਿਨ ਰੈਣ ਹੈਡਿੰਗ ਦੇ ਹੇਠਾਂ ਇਹ ਸ਼ਬਦ ਉਚਾਰਿਆ, ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ। ਦਿਨ ਰੈਣ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸ਼ਰਨੀ ਪਵ, ਮੁਖ ਬੋਲੀ ਮਿਠੜੇ ਬੈਣ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਛਤਰ ਚਬਰ ਤਖਤ ਦੇ ਮਾਲਕ ਆਪ ਪਰਮੇਸ਼ਰ ਕੀ ਬਖਸ਼ਿਸ਼ ਕਰਦੇ ਹਨ। ਜੋ ਸੰਸਾਰ ਦੇ ਵਿੱਚ ਪੁਰਾਣੇ ਧਰਮ ਦੇ ਮੁਖੀਆਂ ਨੇ, ਬ੍ਰਾਹਮਣਾਂ ਨੇ ਜੋ ਰੀਤੀ ਰਿਵਾਜ ਚਲਾਏ, ਉਹ ਜੋ ਠੀਕ ਸਨ ਸੋ ਠੀਕ ਸਨ, ਪਰ ਜੋ ਠੀਕ ਨਹੀਂ ਸੀ ਉਹਨਾਂ ਦੇ ਪਰਥਾਏ ਸਤਿਗੁਰਾਂ ਨੇ ਆਪਣੀ ਬਾਣੀ ਉਚਾਰਨ ਕੀਤੀ। ਅੱਜ ਆਪਾਂ ਸਾਰੇ ਹੀ ਅੰਗਰੇਜ਼ੀ ਤਰੀਕਾਂ ਦੇ ਮੁਤਾਬਕ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰੀਆਂ ਭਰ ਰਹੇ ਹਾਂ। ਜੀ ਆਇਆਂ ਨੂੰ, ਚੰਗੀ ਗੱਲ ਹੈ। ਗੁਰੂ ਘਰ ਜਾਣਾ ਚਾਹੀਦਾ, ਹਾਜ਼ਰੀਆਂ ਲਵਾਉਣੀਆਂ ਚਾਹੀਦੀਆਂ, ਪਰ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਦਾ ਕੀ ਮਕਸਦ ਹੈ, ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਹੈ ਕਿ ਸਿੱਖਾ ਦਿਨ ਰੈਣ ਹਮੇਸ਼ਾ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਹਾਜ਼ਰ ਰਹੋ, ਹਮੇਸ਼ਾ ਹੀ ਹਾਜ਼ਰੀਆਂ ਲਵਾਓ। ਦਿਨ ਰੈਣ ਹਮੇਸ਼ਾ ਹੀ ਉਹਨੂੰ ਯਾਦ ਕਰੋ, ਹਮੇਸ਼ਾ ਹੀ ਸਿਮਰੋ। ਤਾਂ ਪਾਤਸ਼ਾਹ ਜੀ ਕਹਿੰਦੇ ਜਦੋਂ ਮਨੁੱਖ ਸਵਾਰਥੀ ਹੋ ਚੁੱਕਿਆ, ਸਵਾਰਥੀ ਹੋਇਆ ਮਨੁੱਖ ਜਦੋਂ ਲੋੜ ਪੈਂਦੀ ਹੈ ਉਦੋਂ ਯਾਦ ਕਰ ਲੈਂਦਾ, ਜਦੋਂ ਨਹੀਂ ਲੋੜ ਹੁੰਦੀ, ਲੋੜ ਪੂਰੀ ਹੋ ਜਾਂਦੀ ਹੈ, ਫਿਰ ਵਿਸਰ ਜਾਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਅੱਜ ਮਨੁੱਖ ਦੇ ਆਪਣੇ ਸਭ ਦੇ ਦਿਮਾਗ ਵਿੱਚ ਇਹ ਖਿਆਲ ਹੈ ਕਿ ਅੱਜ ਆਪਾਂ ਗੁਰਦੁਆਰੇ ਚੱਲਾਂਗੇ ਤੇ ਸਾਲ ਵਧੀਆ ਬਤੀਤ ਹੋਵੇਗਾ। ਪਰ ਕੀ ਇਹ ਰੀਤੀ ਰਿਵਾਜ ਉਹਨਾਂ ਦੇ ਬਣਾਏ ਹੋਏ ਠੀਕ ਹੈ ਕਿ ਇੱਕ ਦਿਨ ਨਾਲ ਹੀ ਗੱਲ ਬਣ ਜਾਣੀ ਆ? ਜੇ ਕੋਈ ਕਹੇ ਵੀ ਅੱਜ ਰੋਟੀ ਖਾ ਲਓ, ਨਵਾਂ ਸਾਲ ਹੈ, ਸਾਲ ਭਰ ਭੁੱਖ ਨਹੀਂ ਲੱਗਣੀ, ਇਹ ਕਿਵੇਂ ਹੋ ਸਕਦਾ ਹੈ? ਰੋਜ਼ਾਨਾ ਹੀ ਪਿਛਲੇ ਦਿਨੀ ਵੀ ਖਾਂਦੇ ਸੀ, ਪਿਛਲੇ ਸਾਲ ਵੀ ਖਾਂਦੇ ਸੀ ਤੇ ਅਗਲੇ ਸਾਲ ਵੀ ਖਾਣੀ ਪੈਣੀ ਹੈ, ਫੇਰ ਹੀ ਭੁੱਖ ਮਰਨੀ ਆ। ਤਾਂ ਅੱਜ 2022 ਨਵਾਂ ਸਾਲ ਆਰੰਭ ਹੋਇਆ, ਸਭ ਨੂੰ ਮੁਬਾਰਕਾਂ ਦਿੰਦੇ ਹਾਂ, ਵਧਾਈਆਂ ਦਿੰਦੇ ਹਾਂ, ਪਰ ਜਿੰਨੇ ਉਤਸ਼ਾਹ ਨਾਲ ਆਪਾਂ ਅੱਜ ਆ ਰਹੇ ਹਾਂ, ਰੋਜ਼ਾਨਾ ਕਿਉਂ ਨਹੀਂ ਆਉਂਦੇ? ਇਹ ਰੋਜ਼ਾਨਾ ਹੀ ਸਾਡਾ ਆਉਣ ਦਾ ਫਰਜ਼ ਬਣਦਾ ਹੈ, ਗੁਰੂ ਚਰਨਾਂ ਵਿੱਚ ਰੋਜ਼ ਹਾਜ਼ਰੀ ਲਵਾਉਣੀ ਬਣਦੀ ਹੈ। ਇਹਦਾ ਮਤਲਬ ਫਿਰ ਅਸੀਂ ਸਵਾਰਥੀ ਹੋਏ ਵੀ ਅੱਜ ਚੱਲਦੇ ਹਾਂ, ਸਾਲ ਵਧੀਆ ਲੰਘ ਜੂ, ਮੁੜ ਕੇ ਜਾਣ ਦੀ ਲੋੜ ਨਹੀਂ। ਕਹੋ ਸਤਿਨਾਮ ਸ੍ਰੀ। ਤਾਂ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਇਹਨਾਂ ਤੁਹਾਡੇ ਖਿਆਲਾਂ 'ਤੇ? ਮਾਝ ਮਹੱਲਾ ਪੰਜਵਾ ਦਿਨ ਰੈਣ। ਮਾਝ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਰਾਗ ਮਾਝ ਵਿੱਚ ਬਖਸ਼ਿਸ਼ ਕਰਦੇ ਹਨ। ਹੈਂਡਿੰਗ ਹੈ ਸ਼ਬਦ ਦਾ, ਦਿਨ ਰੈਣ ਦਿਨ ਤੇ ਰਾਤ। ਭਾਵ 24 ਘੰਟੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਪਣੇ ਸਤਿਗੁਰ ਨੂੰ ਹਮੇਸ਼ਾ ਸਿਮਰੋ, ਦਿਨ ਰਾਤ ਸਿਮਰੋ। ਰੋਜ਼ਾਨਾ ਹੀ ਮਨੁੱਖ ਨੂੰ ਹਮੇਸ਼ਾ ਆਪਣੇ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ, ਗੁਰੂ ਨੂੰ ਯਾਦ ਕਰਨਾ ਚਾਹੀਦਾ। ਯਾਦ ਕਰਦੇ ਹੋਵੋਗੇ, ਇਹ 'ਚ ਕੋਈ ਸ਼ੱਕ ਨਹੀਂ। ਹਰੇਕ ਨੂੰ ਹੀ ਰੱਬ ਦੀ ਲੋੜ ਹੈ, ਹਰੇਕ ਨੂੰ ਪਰਮੇਸ਼ਰ ਦੀ ਲੋੜ ਹੈ, ਸਾਰੇ ਯਾਦ ਕਰਦੇ ਆ। ਪਰ ਜਿਸ ਉਤਸ਼ਾਹ ਦੇ ਨਾਲ ਅੱਜ ਯਾਦ ਕਰਦੇ ਆ, ਇਹ ਉਤਸ਼ਾਹ ਹਮੇਸ਼ਾ ਬਣਿਆ ਰਹੇ, ਸਾਰਾ ਸਾਲ ਬਣਿਆ ਰਹੇ। ਇਹ ਬੇਨਤੀ ਕਰੋ ਕਿ ਮਹਾਰਾਜ ਮੈਂ ਰੋਜ਼ਾਨਾ ਹੀ ਇਸ ਤਰ੍ਹਾਂ ਹਾਜ਼ਰੀਆਂ ਭਰਾਂ ਜਿਵੇਂ ਅੱਜ ਭਰ ਰਿਹਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖਾ ਹਮੇਸ਼ਾ ਸਤਿਗੁਰ ਨੂੰ ਸਿਮਰ, ਆਪਣੇ ਗੁਰੂ ਨੂੰ ਹਮੇਸ਼ਾ ਸਿਮਰ, ਦਿਨ ਰਾਤ ਸਿਮਰ। ਕਿਉਂਕਿ ਗੁਰਮਤਿ ਜਿਹੜੀ ਹੈ ਇਹਨੇ ਸਾਨੂੰ ਤਿੱਥਾਂ ਵਾਰਾਂ ਨਾਲ ਨਹੀਂ ਜੋੜਿਆ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਜਿਹੜੇ ਪਰਮੇਸ਼ਰ ਨਾਲ ਜੁੜਨ ਵਾਲੇ ਆ ਉਹ ਤਾਂ ਫਿਰ ਲਗਾਤਾਰ ਜੁੜਦੇ ਆ, ਹਮੇਸ਼ਾ ਜੁੜਦੇ ਆ।
ਕੇਵਲ ਤਿੱਥਾਂ ਵਾਰਾਂ ਨਾਲ ਨਹੀਂ ਜੁੜਦੇ, ਉਹ ਮਾਲਕ ਨਾਲ ਜੁੜਦੇ ਆ। ਤੁਸੀਂ ਰੋਜ਼ਾਨਾ ਤੜਕੇ ਉੱਠਦੇ ਹੋ ਜਦ, ਤਾਂ ਤੁਹਾਨੂੰ ਇੱਕ ਨਵਾਂ ਦਿਨ ਮਿਲਦਾ। ਤੇ ਕਈ ਰਾਤ ਨੂੰ ਸੁੱਤੇ ਹੀ ਰਹਿ ਗਏ ਹੋਣਗੇ ਵਿਚਾਰੇ, ਉਹਨਾਂ ਨੂੰ 2022 ਮਿਲਿਆ ਨਹੀਂ ਹੋਣਾ, ਕਿਉਂਕਿ ਸੰਸਾਰ ਦੇ ਵਿੱਚ ਬਹੁਤ ਜਨਮ ਵੀ ਹੁੰਦੇ ਆ, ਬਹੁਤ ਮੌਤਾਂ ਵੀ ਹੁੰਦੀਆਂ। ਤੇ ਕਈ ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੂੰ 2022 'ਚ ਜਨਮ ਹੋਇਆ, ਜਾਂ ਜਿਹੜੇ ਆਪਾਂ ਤੜਕੇ ਸਦੇਹਾਂ ਉੱਠੇ, ਆਪਣੀ ਰੋਜ਼ ਹੀ ਮੌਤ ਹੁੰਦੀ ਹੈ ਤੇ ਰੋਜ਼ ਹੀ ਜਨਮ ਹੁੰਦਾ। ਜਦ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ ਨਾ, ਤਾਂ ਆਪਣੀ ਮੌਤ ਹੋ ਜਾਂਦੀ ਹੈ। ਤੇ ਜ਼ਰੂਰੀ ਨਹੀਂ ਤੜਕੇ ਉੱਠੀਏ ਕਿ ਨਾ ਉੱਠੀਏ, ਇਹ ਤਾਂ ਪਰਮੇਸ਼ਰ ਦੀ ਕਿਰਪਾ ਹੈ ਕਿ ਅੱਜ ਫਿਰ ਆਪਾਂ ਨੂੰ ਜਗਾ ਲਿਆ ਉਹਨੇ। ਅੱਜ ਫਿਰ ਆਪਾਂ ਜਾਗ ਪਏ, ਆਪਣੀਆਂ ਅੱਖਾਂ ਖੁੱਲ੍ਹ ਗਈਆਂ। ਕਈ ਵਿਚਾਰੇ ਸੁੱਤੇ ਪਏ ਹੋਣਗੇ ਤੇ ਕਈ ਸੁੱਤੇ ਰਹਿ ਗਏ ਹੋਣਗੇ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਆਪਾਂ ਸ਼ੁਕਰੀਆ ਕਰਨ ਆਏ ਹਾਂ ਅੱਜ ਨਵੇਂ ਸਾਲ ਦਾ। ਜਿਸ ਤਰ੍ਹਾਂ ਪਿਛਲਾ ਸਾਲ ਬਤੀਤ ਹੋਇਆ ਸੁੱਖਾਂ ਭਰਿਆ, ਆਉਣ ਵਾਲਾ ਸਮਾਂ ਵੀ ਬਤੀਤ ਹੋਵੇ ਸੁੱਖਾਂ ਭਰਿਆ। ਪਰ ਨਾਲ ਹੋਵੇਗਾ ਕਿਵੇਂ? ਹੋਵੇਗਾ ਕਿਵੇਂ? ਗੁਰੂ ਦੇ ਚਰਨਾਂ ਨਾਲ ਜੁੜ ਕੇ। ਅੱਜ ਦੇ ਸ਼ਬਦ ਪੰਜਵੇਂ ਪਾਤਸ਼ਾਹ ਜੀ ਕੀ ਕਹਿੰਦੇ ਹਨ? ਰੋਜ਼ਾਨਾ ਯਾਦ ਕਰਨਾ, ਆਪ ਤਿਆਗ ਸ਼ਰਨੀ ਪਵਾਂ, ਆਪਣਾ ਹੰਕਾਰ ਛੱਡ ਕੇ, ਆਪਣਾ ਮਾਣ ਛੱਡ ਕੇ, ਆਪਣੇ ਵਿਕਾਰ ਛੱਡ ਕੇ, ਮੁੱਖ ਬੋਲੀ ਮਿੱਠੜੇ ਬੈਣ, ਸਭ ਨੂੰ ਪਿਆਰ ਨਾਲ ਬੁਲਾਉਣਾ, ਮਿੱਠਾ ਬੋਲਣਾ। ਜਨਮ ਜਨਮ ਕਾ ਵਿਛੜਿਆ, ਹਰ ਮੇਲੋ ਸੱਜਣ ਸੈਨ। ਅਰਦਾਸ ਬੇਨਤੀ ਕਰਨੀ ਆ ਆਪਾਂ। ਤੁਸੀਂ ਅਰਦਾਸਾਂ ਕਰ ਰਹੇ ਹੋ, ਪਰ ਕੈਸੀਆਂ ਕਰ ਰਹੇ ਹੋ? ਤੇ ਗੁਰੂ ਨੂੰ ਪੁੱਛੀਏ ਕੀ ਕਹਿਣਾ ਹੈ? ਹਰ ਮੇਲੋ ਸੱਜਣ ਸੈਨ। ਮਾਲਕਾ, ਜਿਵੇਂ ਰਵਿਦਾਸ ਭਗਤ ਜੀ ਕਹਿੰਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਬੜਾ ਲੰਮਾ ਸਮਾਂ ਹੋ ਗਿਆ ਵਿਛੜਿਆਂ ਨੂੰ, ਇਹ ਜਨਮ ਮੈਂ ਤੁਹਾਡੇ ਲੇਖੇ ਲਾਉਂਦਾ, ਆਉਣ ਵਾਲਾ ਸਮਾਂ ਮੈਂ ਤੇਰੇ ਲੇਖੇ ਲਾਉਂਦਾ। ਹਰ ਮੇਲੋ ਸੱਜਣ ਸੈਨ, ਮੈਂ ਸੁਣਿਆ ਜੋ ਜੀ ਹਰ ਤੇ ਵਿਛੜੇ, ਸੇ ਸੁੱਖ ਨ ਵਸਨ ਭੈਣ। ਜਿਹੜੇ ਮਾਲਕ ਤੋਂ ਵਿਛੜੇ ਹੋਏ ਆ ਉਹ ਕਿਵੇਂ ਸੁਖੀ ਹੋ ਸਕਦੇ ਆ ਭੈਣ? ਭੈਣ ਦਾ ਅਰਥ ਇੱਕ ਤਾਂ ਹੈ ਕਿ ਗੁਰੂ ਸਾਹਿਬ ਸਾਨੂੰ ਆਪਣੀ ਭੈਣ ਸਮਝ ਕੇ ਉਦਾਹਰਨ ਦੇ ਰਹੇ ਹਨ। ਜਿਵੇਂ ਕੋਈ ਇਸਤਰੀ, ਕੋਈ ਬੱਚੀ ਆਪਣੇ ਪਤੀ ਤੋਂ ਵਿਛੜ ਜਾਵੇ ਕਿਸੇ ਕਾਰਨ, ਚਾਹੇ ਲੜਾਈ ਕਾਰਨ, ਚਾਹੇ ਮੌਤ ਕਾਰਨ, ਜਿਵੇਂ ਮਰਜ਼ੀ ਵਿਛੜ ਜਾਵੇ, ਉਹ ਦੁਖੀ ਹੁੰਦੀ ਆ। ਇਸੇ ਤਰ੍ਹਾਂ ਹੀ ਸਾਡੀ ਆਤਮਾ ਜਿਹੜੀ ਹੈ ਨਾ, ਇਹ ਸਾਰਿਆਂ ਦੀ ਆਤਮਾ ਇੱਕ ਦੂਜੇ ਦੀ ਭੈਣ ਹੈ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਪਾਂ ਸਾਰੇ ਹੀ ਇਸਤਰੀ ਹਾਂ ਆਤਮਾ ਕਰਕੇ, ਪੁਰਖ ਪਰਮੇਸ਼ਰ ਹੈ। ਤੇ ਗੁਰੂ ਅਰਜਨ ਦੇਵ ਜੀ ਵੀ ਆਪਣੇ ਆਪ ਨੂੰ ਇੱਕ ਇਸਤਰੀ ਜਾਣ ਕੇ, ਆਤਮਾ ਜਾਣ ਕੇ ਸਾਨੂੰ ਕਹਿੰਦੇ ਆ ਭੈਣ। ਭੈਣੇ, ਮਾਲਕ ਨਾਲ ਜੁੜ। ਮਾਲਕ ਨਾਲ ਜੁੜਨ ਤੋਂ ਬਗੈਰ ਸਾਡੀ ਗਤੀ ਨਹੀਂ ਹੋਣੀ। ਗੁਰੂ ਵਾਲੇ ਬਣਨਾ ਚਾਹੀਦਾ, ਗੁਰੂ ਦੇ ਲੜ ਲੱਗਣਾ ਚਾਹੀਦਾ। ਅੱਜ ਦਾ ਨਵਾਂ ਸਾਲ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਅਸੀਂ ਜੋ ਮਾਤ ਲੋਕ ਵਿੱਚ ਆਏ ਹਾਂ, ਜਿਸ ਤਰ੍ਹਾਂ ਅੱਜ ਸਾਨੂੰ ਨਵੇਂ ਸਾਲ ਦੇ ਚੜ੍ਹਨ ਦੀ ਖੁਸ਼ੀ ਹੈ, ਤੇ ਕੁਝ ਗਮੀ ਵੀ ਹੈ ਕਿ ਸਾਡੀ ਜ਼ਿੰਦਗੀ ਦਾ ਇੱਕ ਸਾਲ ਖਤਮ ਵੀ ਹੋ ਗਿਆ। ਇੱਕ ਸਾਲ ਖਤਮ ਵੀ ਹੋ ਗਿਆ। ਭਗਤ ਜੀ ਕਹਿੰਦੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਦਿਨ ਦਿਨ ਕਰਕੇ, ਘੜੀ ਘੜੀ ਕਰਕੇ, ਪਹਿਰ ਪਹਿਰ ਕਰਕੇ, ਫਿਰ 4 ਪਹਿਰਾਂ ਦਾ ਦਿਨ, ਫਿਰ ਦਿਨ ਰਾਤ ਕਰਕੇ 8 ਪਹਿਰ ਬਤੀਤ ਹੋ ਗਏ। ਆਪ ਘਟੈ, ਸਾਡੀ ਉਮਰ ਘਟਦੀ ਜਾ ਰਹੀ ਹੈ। ਤਨ ਛੀਜੈ, ਸਰੀਰ ਪੁਰਾਣਾ ਹੁੰਦਾ ਜਾ ਰਿਹਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਾਲ ਰੂਪੀ ਸ਼ਿਕਾਰੀ। ਅਹੇਰੀ ਹੁੰਦਾ ਮਾਸ ਖਾਣ ਵਾਲਾ, ਸ਼ਿਕਾਰੀ। ਤਾਂ ਜਿਹੜਾ ਕਾਲ ਰੂਪੀ ਸ਼ਿਕਾਰੀ ਆ, ਉਹ ਸਾਡੇ ਮਗਰ ਪਿਆ ਹੋਇਆ ਸਾਨੂੰ ਫੜਨ ਵਾਸਤੇ। ਕਈ ਕੱਲ ਤੱਕ ਫੜੇ ਗਏ, ਆਪਾਂ ਬਚ ਗਏ, ਤੇ ਕਾਲ ਆਪਣੇ ਮਗਰ ਵੀ ਹੈ। ਕਿਉਂਕਿ ਮੌਤ ਅਟਲ ਸੱਚਾਈ ਹੈ।
मरना सच है, जिउना झूठ है। भगत जी कहते काल अहेरी फिरै बदक ज्यो, कहो कवन बिद कीजै प्राणी, 100 दिन आवन लागा। हे प्राणी, वो दिन आ रहा है। मात पिता भाई सुत बनता, कहो कऊ है काका। इत्थे कौन कीदा है, सारे स्वार्थी आ, कहो सतनाम सी। इत्थे कोई किसे दा नहीं। मात पिता भाई सुत बनता, कहो कऊ है काका। काका, काका शब्द नहीं इत्थे, काका कौन कीदा है इत्थे, कोई नहीं किसे दा, किसे नाल कोई नहीं जांदा। साडे परिवार दे मैंबर कल पिछले साल विच तुर गए, उन्हां दे नाल आपां गए ही नहीं। कहो सतनाम, कहो कऊ है काका, कौन कीदा है इत्थे। जब लग जोत काया मैं वरतै, आपा पशु न बूझै। जिन्ना चिर इहदे अंदर परमेश्वर दी जोत वसदी है, भाव जिन्ना चिर जिउंदा है, ये अपने आपे की पछाण नहीं करता। मैं कौन आ, कित्थों आया, की लैन आया, तो जिथों आया उत्थे वापस किवें जावां। ये बंदा अपने आपे की पछाण नहीं करता। जब लग जोत काया मैं वरतै, आपा पशु न सूझै। अपने आपे की खोज नहीं करता, अपने आपे बारे नूं सुझदा नहीं। ते सतगुरु पातशाह जी कहते जो जी हर ते विछड़े, ते जेड़े इस तरह अपने मालक तो विछड़ गए, से सुख न वसन भैन। ते भैन का दूसरा अर्थ है भौण, भाव भटकना। जेड़े मालक तो विछड़ जाते हैं, वो भटकते रहते हैं, दुखी रहते हैं, तड़फते रहते हैं। ਤਾਂ ਤੇ ਅੱਜ ਦਾ ਨਵਾਂ ਸਾਲ ਤੇ ਨਵੇਂ ਸਾਲ ਦਾ ਪਹਿਲਾ ਦਿਨ ਤੁਹਾਡੇ ਆਉਣ ਤੇ ਤੁਹਾਨੂੰ ਗੁਰੂ ਸਾਹਿਬ ਇਹ ਕਹਿੰਦੇ ਹੈ ਕਿ ਹਮੇਸ਼ਾ ਯਾਦ ਰੱਖਿਓ। ਬਹੁਤ ਸਾਰੇ ਵੀਰ ਭੈਣਾਂ ਜੋ ਅੱਜ ਨਵੇਂ ਆ ਰਹੇ ਆ, ਮੈਂ ਦੇਖ ਰਿਹਾ ਪਿਛਲੇ ਦਿਨਾਂ ਵਿੱਚ ਰੋਜ਼ਾਨਾ ਹੀ ਇੱਥੇ ਕਥਾ ਚੱਲਦੀ ਹੈ। ਇਸ ਵੇਲੇ 7 ਤੋਂ 8 ਵਜੇ ਤੱਕ ਰੋਜ਼ਾਨਾ ਹੀ ਕਥਾ ਚੱਲਦੀ ਹੈ। पर जिन्ना इकट्ठ अज हो रहा इन्ना रोज़ नहीं हुंदा। पर गुरु साहब दा कहंदे दिन राश हमेशा सिमरो, सास सास सिमरो गोबिंद, मणि अंतर की उतरै चिंद। असल विच ये मनुख दे स्वार्थी होण दीयां निशानियां है। ते सतगुरु पातशाह जी कहंदे जिन जिन नाम ध्याया तिनके का सरे। 12 माहां ਦਾ आखिरी पदा। ये ਜਿਹੜੀਆਂ अंग्रेजी डेटा मुताबक अज 1 जनवरी है, पहला नवे साल का पहला दिन है। तो जे भारती डेटा मुताबक देखिए, पुरातन समय मुताबक देखिए, तो फिर वो चेत का महीना है। धन धन श्री गुरु अर्जन देव महाराज जी ने 12 माहां की रचना की। ते 12 माहां की रचना करके ते कित्थों शुरू किया 12 माह? चेत तो। ते गुरबाणी दे डबल अर्थ है, डबल दे बजाय भी 4 अर्थ है, पर चलो आप 2 अर्थ करिए। हुण जिहड़ा देसी महीना, देसी हुंदा जिहड़ा अपने देश का, भाव है भारत वर्ष का। जिहड़ा नवां साल है ना, वो चेत तो आरंभ होना है। तो चेत दे विच सतगुरु पातशाह बड़ा सोहना सुजैशन सलाह दिंदे आ, ज्ञान दिंदे आ कि आपां अपने किरत कर्मा करके मालक तो विछड़े। किरत कर्म के बिछड़े कर कृपा मेलो राम, 4 कुंट दै दिस भर में थक आए प्रभ की शाम। शाम हुंदी शरण। जिवें तुसीं अज आ रहे हो तो मानो सीन बन रहा है कि सानू किते भी टिकाणा नहीं मिले, इस करके अज सोडी शरण च आए हैं। अरदास करो, किरत कर्म के बिछड़े कर कृपा मेलो राम, 4 कुंट दै दिस भर में थक आए प्रभ की शाम। अज तेरी शरण विच आ गए हैं, सानू रख ला।
ਧਿਆਨ ਦਿਓ, ਜਦੋਂ ਤੁਸੀਂ ਇਹ ਬੇਨਤੀ ਕੀਤੀ ਆ ਤੇ ਗੁਰੂ ਸਾਹਿਬ ਨੇ ਤੁਹਾਡੀ ਬੇਨਤੀ ਸੁਣੀ ਆ, ਤੇ ਗੁਰੂ ਸਾਹਿਬ ਨੇ ਜਵਾਬ ਕੀ ਦਿੱਤਾ? ਸਿੱਖਾ ਮਾਲਕ ਨਾਲ ਤੂੰ ਮਿਲੇਗਾ ਜੇ ਮਾਲਕ ਦੇ ਗੁਣਾਂ ਨੂੰ ਗ੍ਰਹਿਣ ਕਰ ਲਵੇਂ, ਨਹੀਂ ਤਾਂ ਫਿਰ ਸਮਝ ਲਾ ਢੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕੰਮ। ਸਾਡੀਆਂ ਉਦਾਹਰਨਾਂ ਦੇ ਕੇ ਸਾਨੂੰ ਸੌਖਾ ਸਮਝਾਇਆ ਜਾ ਸਕਦਾ ਹੈ। ਜਿਵੇਂ ਗਊ ਜਿਹੜੀ ਦੁੱਧ ਨਹੀਂ ਦਿੰਦੀ, ਉਹਨੂੰ ਕੋਈ ਨਹੀਂ ਸੰਭਾਲਦਾ, ਉਹਦੇ ਵਿੱਚ ਦੁੱਧ ਦੇਣ ਦਾ ਗੁਣ ਹੈ ਨਹੀਂ ਗਾ, ਉਹਨੂੰ ਅਗਲਾ ਸੰਭਾਲਦਾ ਹੀ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਗਊ ਨੂੰ ਕੋਈ ਨਹੀਂ ਸੰਭਾਲਦਾ, ਸਿੱਖਾ ਤੇਰੇ ਵਿੱਚ ਗੁਣ ਹੀ ਕੋਈ ਨਹੀਂ ਹੈਗਾ, ਤੈਨੂੰ ਮਾਲਕ ਕਿਵੇਂ ਸੰਭਾਲੇ? ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਵੇ ਕਾ ਸਾਹ ਕੋ ਮਿਲਾਵਟੀ। ਤੂੰ ਸੁੱਕਿਆ ਪਿਆ ਹੈ ਬਾਣੀ ਤੋਂ ਬਗੈਰ, ਤੂੰ ਸੁੱਕਿਆ ਪਿਆ ਹੈ, ਤੂੰ ਕਠੋਰ ਹੋ ਗਿਆ ਹਿਰਦੇ ਕਰਕੇ, ਤੂੰ ਕ੍ਰੋਧੀ ਕਾਮੀ ਹੋ ਗਿਆ, ਵੈਸ਼ੀ ਹੋ ਗਿਆ ਹੈ। ਕਾਹਦੇ ਬਿਨਾਂ? ਜਿਵੇਂ ਦਰਖਤ ਕੋਮਲ ਦਰਖਤ ਪਾਣੀ ਨਾਲ ਕੋਮਲ ਰਹਿੰਦਾ ਤੇ ਪਾਣੀ ਨਾ ਮਿਲੇ ਸੁੱਕ ਕੇ ਲੱਕੜ ਬਣ ਜਾਂਦਾ, ਇਸੇ ਤਰ੍ਹਾਂ ਸਿੱਖਾ ਤੇਰੇ ਅੰਦਰ ਪਰਮੇਸ਼ਰ ਦੇ ਗੁਣ ਨਹੀਂ ਹੈ ਤੇ ਤੂੰ ਵੀ ਸੁੱਕਦਾ ਜਾ ਰਿਹਾ। ਜਿਵੇਂ ਜਲ ਬਿਨ ਸਾਖ ਕੋ ਮਿਲਾਵਟੀ, ਉਪਜੈ ਨਾਹੀ ਦਾਮ। ਜਿਵੇਂ ਪਾਣੀ ਤੋਂ ਬਗੈਰ ਦਰਖਤ ਸੁੱਕ ਜਾਂਦੇ ਆ, ਟਾਹਣੀਆਂ ਸੁੱਕ ਜਾਂਦੀਆਂ, ਉਸੇ ਤਰ੍ਹਾਂ ਹੀ ਜਲ ਬਿਨ ਸਾਖ ਕੋ ਮਿਲਾਵਟੀ, ਉਪਜੈ ਨਾਹੀ ਦਾਮ। ਜਿਵੇਂ ਟਾਹਣੀ ਦੇ ਦਰਖਤ ਦੇ ਪੱਤੇ ਨਹੀਂ ਨਿਕਲਦੇ, ਉਸੇ ਤਰ੍ਹਾਂ ਹੀ ਜਿਹੜਾ ਹੈ ਤੇਰੇ ਅੰਦਰ ਗੁਣ ਪੈਦਾ ਨਹੀਂ ਹੋ ਸਕਦੇ ਜਿੰਨਾ ਚਿਰ ਤੂੰ ਗੁਰੂ ਕੋਲੇ ਨਹੀਂ ਜਾਂਦਾ। ਅੱਜ ਆਪਾਂ ਕੀ ਲੈਣ ਆਏ ਆ? ਸਾਲ ਬਾਅਦ ਆਏ ਆ ਇਸ ਤਰ੍ਹਾਂ ਅੰਮ੍ਰਿਤ ਵੇਲੇ ਹਾਜ਼ਰੀਆਂ ਲਵਾਉਣ ਵਾਸਤੇ, ਆਪਾਂ ਕੁਝ ਲੈਣ ਆਏ ਆ। ਤੇ ਜੇ ਤੁਸੀਂ ਗੁਰੂ ਸਾਹਿਬ ਨੂੰ ਇਹ ਬੇਨਤੀ ਕਰੋ ਤੇ ਗੁਰੂ ਸਾਹਿਬ ਦੀ ਗੱਲ ਵੀ ਸਮਝ ਲਓ। ਹਰ ਨਾਹ ਨ ਮਿਲੀਐ ਸਾਜਣਾ, ਕਤ ਪਾਈਐ ਵਿਸ਼ਰਾਮ। ਜਿੰਨਾ ਚਿਰ ਜੀਵ ਆਤਮਾ, ਜੀਵ ਇਸਤਰੀ ਮਾਲਕ ਨੂੰ, ਸੱਜਣ ਨੂੰ ਮਿਲਦੀ ਨਹੀਂ, ਇਹਨੂੰ ਸ਼ਾਂਤੀ ਵਿਸ਼ਰਾਮ ਕਿਵੇਂ ਆ ਸਕਦਾ ਹੈ? ਆਪਾਂ ਸਾਰੇ ਅੱਜ ਇਸੇ ਕਰਕੇ ਭੱਜ ਕੇ ਆਏ ਹਾਂ ਘਰੋਂ, ਤਿਆਰ ਹੋ ਕੇ ਸਦੇਹਾ ਉੱਠ ਕੇ ਨਹਾ ਧੋ ਕੇ, ਬਾਪੂ ਅੱਜ ਮੈਂ ਆਊਂਗਾ, ਸਾਰਾ ਦਿਨ ਮੇਰਾ ਵਧੀਆ, ਸਾਰਾ ਸਾਲ ਵਧੀਆ ਟਪਾ ਲਈ। ਮੈਨੂੰ ਪਤਾ ਹੈ, ਮੇਰਾ ਵੀ ਖਿਆਲ ਹੈ, ਤੁਹਾਡਾ ਵੀ ਹੋ ਸਕਦਾ ਹੈ, ਪਰ ਬਾਪੂ ਕਹਿੰਦਾ ਰੋਜ਼ ਆ, ਇੱਕ ਦਿਨ ਨਾਲ ਨਹੀਂ ਗੱਲ ਬਣਨੀ। ਰੋਟੀ ਵੀ ਰੋਜ਼ ਖਾਂਦੇ ਹੋ, ਪਾਣੀ ਵੀ ਰੋਜ਼ ਪੀਂਦੇ ਹੋ, ਦਰਸ਼ਨ ਵੀ ਰੋਜ਼ ਚਾਹੀਦੇ। ਅੱਗੇ ਸਭ ਦੀ ਸਮਝੋ ਆਪੋ ਆਪਣੀ ਹੈ, ਪਰ ਮੈਂ ਤਾਂ ਬਾਣੀ ਦੀ ਵਿਚਾਰ ਦੱਸ ਰਿਹਾ ਤੁਹਾਨੂੰ। ਹਰ ਨਾਹ ਨ ਮਿਲੀਐ ਸਾਜਣਾ, ਕਤ ਪਾਈਐ ਵਿਸ਼ਰਾਮ। ਜਿੰਨਾ ਚਿਰ ਜੀਵ ਆਤਮਾ, ਜੀਵ ਇਸਤਰੀ ਆਪਣੇ ਸੱਜਣ ਨੂੰ, ਆਪਣੇ ਮਾਲਕ ਨੂੰ ਮਿਲਦੀ ਨਹੀਂ, ਇਹਨੂੰ ਕਿਵੇਂ ਵਿਸ਼ਰਾਮ, ਸ਼ਾਂਤੀ, ਸੁੱਖ ਮਿਲ ਸਕਦਾ? ਜਿਸ ਘਰ ਹਰ ਕੰਤ ਨਾ ਪ੍ਰਗਟੀ, ਜਿਹੜੇ ਘਰ ਵਿੱਚ ਮਾਲਕ ਨਾ ਆਵੇ, ਕਿਸੇ ਪਰਿਵਾਰ ਦਾ ਮੁਖੀ, ਬੱਚਿਆਂ ਦਾ ਬਾਪ, ਇਸਤਰੀ ਦਾ ਪਤੀ ਸ਼ਾਮਾਂ ਨੂੰ ਘਰੇ ਨਾ ਆਵੇ ਤੇ ਫਿਰ ਕਿਹੋ ਜਿਹਾ ਮਾਹੌਲ ਬਣਦਾ ਘਰ ਵਿੱਚ? ਸਾਰਾ ਪਰਿਵਾਰ ਦੁਖੀ ਹੋ ਜਾਂਦਾ ਵੀ ਕੀ ਗੱਲ ਬਾਪੂ ਨਹੀਂ ਆਇਆ, ਬੀਬੀ ਵੀ ਦੁਖੀ ਹੈ, ਬੱਚਿਆਂ ਦਾ ਪਿਓ ਘਰੇ ਨਹੀਂ ਆਇਆ, ਉਹ ਘਰ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਅਸ਼ਾਂਤੀ ਹੈ ਵਾਹਿਗੁਰੂ ਦੇ ਨਾਂ ਆਉਣ ਕਰਕੇ, ਨਾਮ ਦੇ ਨਾਂ ਜਪਣ ਕਰਕੇ। ਕਹੋ ਸਤਨਾਮ ਸ੍ਰੀ। ਸਾਡੇ ਜੀਵਨ ਵਿੱਚ ਅਸ਼ਾਂਤੀ ਹੈ, ਸਾਡਾ ਮਾਲਕ ਸਾਡੇ ਹਿਰਦੇ ਵਿੱਚ ਨਹੀਂ ਬੈਠ ਰਿਹਾ। ਬੈਠੂ ਤਾਂ ਹੀ ਜੇ ਸੱਦਾ ਦਿਓਗੇ, ਸੱਦਾ ਤਾਂ ਦਿੰਦੇ ਨਹੀਂ। ਕਹੋ ਸਤਨਾਮ ਸ੍ਰੀ। ਜੇ ਉਹਨੂੰ ਸੱਦੀਏ ਵੀ ਮਹਾਰਾਜ ਆ ਜਾਓ, ਮੇਰੇ ਹਿਰਦੇ ਵਿੱਚ ਵਸ ਜਾਓ, ਮੈਂ ਹਿਰਦਾ ਤੁਹਾਡੇ ਵਾਸਤੇ ਸਾਫ਼ ਕਰ ਲਿਆ, ਖਾਲੀ ਕਰ ਲਿਆ, ਵਿਸ਼ੇ ਵਿਕਾਰਾਂ ਤੋਂ, ਕਾਮ ਕ੍ਰੋਧ ਤੋਂ ਰਹਿਤ ਕਰਕੇ ਸਾਫ਼ ਕਰ ਲਿਆ। ਭਾਂਡਾ ਧੋਏ ਬੈਸ ਧੂਪ ਦੇਵੋ, ਮੈਂ ਧੋ ਲਿਆ ਹੈ। ਤਾਂ ਇਸ ਕਰਕੇ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਵਸੋ ਤਾਂ ਕਿ ਮੈਨੂੰ ਸ਼ਾਂਤੀ ਆਵੇ। ਤੇ ਜਦ ਘਰ ਦੇ ਮਾਲਕ ਮੈਂਬਰ ਸਾਰੇ ਘਰੇ ਇਕੱਠੇ ਹੋ ਗਏ ਤੇ ਫਿਰ ਸ਼ਾਂਤੀ ਆ। ਤੇ ਜਦੋਂ ਘਰ ਦਾ ਮਾਲਕ ਘਰ ਵਿੱਚ ਆ ਗਿਆ, ਇਹ ਇੰਦਰੀਆਂ ਵੀ ਨਾਲ ਜੁੜ ਗਈਆਂ, ਹੱਥ ਪੈਰ ਵੀ ਨਾਲ ਜੁੜ ਗਏ, ਕੰਨ ਵੀ ਉਹਦੀ ਸੁਣਦੇ ਆ, ਅੱਖਾਂ ਉਹਦੇ ਦਰਸ਼ਨ ਕਰਦੀਆਂ, ਤੇ ਫਿਰ ਘਰੇ ਆਨੰਦ ਬਣ ਗਿਆ।
ਤੇ ਘਰ ਦਾ ਮਾਲਕ ਹੀ ਘਰੇ ਨਹੀਂ, ਕੰਨ ਕਿਧਰੇ ਹੋਰ ਨੂੰ ਭੱਜ ਰਹੇ ਆ, ਅੱਖਾਂ ਕੁਝ ਹੋਰ ਦੇਖ ਰਹੀਆਂ, ਜੀਭ ਕੁਝ ਹੋਰ ਸਵਾਦ ਭਾਲਦੀ ਆ, ਇੰਦਰੀਆਂ ਕੁਝ ਹੋਰ ਭਾਲਦੀਆਂ, ਅਲੱਗ-ਅਲੱਗ ਖਿੰਡੀਆਂ ਹੋਈਆਂ, ਪਰਿਵਾਰ ਖਿੰਡ ਗਿਆ। ਤੇ ਖਿੰਡਿਆ ਪਰਿਵਾਰ ਕਦੇ ਸੁਖੀ ਨਹੀਂ ਹੋ ਸਕਦਾ। ਕੋ ਸਤਨਾਮ ਸ੍ਰੀ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ। ਭੈਣ ਉਹ ਕਦੇ ਵੀ ਸੁਖੀ ਨਹੀਂ ਵਸਦੇ ਜਿਹੜੇ ਮਾਲਕ ਤੋਂ ਵਿਛੜ ਜਾਂਦੇ ਨੇ। ਜਿਤ ਘਰ ਹਰ ਪੰਤ ਨ ਪ੍ਰਗਟੀ ਭੱਠ ਨਗਰ ਸੇ ਗ੍ਰਾਮ। ਨਗਰ ਦਾ ਮਾਲਕ, ਨਗਰ ਹੈ ਸ਼ਹਿਰ ਪਿੰਡ, ਤੇ ਨਗਰ ਸਾਡਾ ਸਰੀਰ ਵੀ ਹੈ, ਇਹਦੇ ਵਿੱਚ ਵੀ ਪੂਰਾ ਸੰਸਾਰ ਵਸਿਆ ਹੋਇਆ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਪੀਪਾ ਪਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਨਗਰ ਸਾਡਾ ਸਰੀਰ ਵੀ ਆ, ਇਹ ਵੀ ਯਾਦ ਰੱਖੋ। ਪ੍ਰੀਤਮ ਜੀ ਕਹਿੰਦੇ ਜਿਤ ਘਰ ਹਰ ਕੰਤ ਨ ਪ੍ਰਗਟੀ ਭੱਠ ਨਗਰ ਸੇ ਗ੍ਰਾਮ। ਭੱਠ ਭੱਠਾ, ਭੱਠੇ ਵਿੱਚ ਕੀ ਹੁੰਦਾ ਹੈ? ਅੱਗ। ਜਿਵੇਂ ਭੱਠਾ ਤਪਦਾ ਉਹ ਘਰ ਉਹ ਸਰੀਰ ਐਂ ਤਪਦੇ ਆ ਜਿਨ੍ਹਾਂ ਵਿੱਚ ਰਾਮ ਨਹੀਂ ਹੁੰਦਾ, ਪਰਮੇਸ਼ਰ ਦਾ ਨਾਮ ਨਹੀਂ ਜਪਦੇ ਜਿਹੜੇ, ਇਹ ਉਹਨਾਂ ਦੀ ਗੱਲ ਆ। ਉਹਨਾਂ ਦੇ ਵਾਸਤੇ ਘਰ ਦੀਆਂ ਸਾਰੀਆਂ ਸਹੂਲਤਾਂ ਵੀ ਦੁਖੀ ਆ। ਸਰਬ ਸਿਗਾਰ ਤਮੋਲ ਰਸ ਸਣ ਦੇਹੀ ਸਭ ਖਾਮ। ਖਾਮ ਹੁੰਦੀ ਆ ਮਿੱਟੀ। ਇਸਤਰੀ ਪਤੀ ਤੋਂ ਵਿਛੜੀ ਹੋਈ ਆ, ਨਾ ਉਹਨੂੰ ਗਹਿਣੇ ਚੰਗੇ ਲੱਗਦੇ ਆ, ਨਾ ਉਹਨੂੰ ਸੁੰਦਰ ਵਸਤਰ ਚੰਗੇ ਲੱਗਦੇ ਆ, ਨਾ ਕੋਈ ਚੰਗਾ ਖਾਣਾ ਪੀਣਾ ਚੰਗਾ ਲੱਗਦਾ, ਕਿਉਂਕਿ ਮਾਲਕ ਤੋਂ ਵਿਛੜੀ ਆ। ਸਰਬ ਸਿੰਗਾਰ, ਸਾਰੇ ਸ਼ਿੰਗਾਰ, ਸਾਰੀਆਂ ਖਾਣ ਪੀਣ ਦੀਆਂ ਵਸਤੂਆਂ, ਤੰਬੋਲ ਰਸ 36 ਪ੍ਰਕਾਰ ਦੇ ਰਸ ਸਮੇਤ ਦੇਹੀ ਸਭ ਖਾਮ। ਇਹ ਸਭ ਕੁਝ ਮਿੱਟੀ ਹੈ ਉਹਨਾਂ ਦੇ ਲਈ ਜਿਹੜੀਆਂ ਮਾਲਕ ਤੋਂ ਵਿਛੜੀਆਂ। ਤਾਂ ਤੇ ਆਪਾਂ ਅੱਜ ਗੁਰੂ ਘਰ ਆਏ ਹਾਂ ਮਾਲਕ ਨੂੰ ਆਪਣੇ ਅੰਦਰ ਵਸਾਉਣ ਲਈ। ਤੇ ਤੁਸੀਂ ਅਰਦਾਸ ਕਰੋ ਕਿ ਅਸੀਂ ਰੋਜ਼ ਆਈਏ, ਤੇ ਰੋਜ਼ ਆਉਣਾ ਪੈਣਾ, ਫਿਰ ਗੱਲ ਬਣਨੀ ਆ। ਤੁਹਾਨੂੰ ਇੱਕ ਦਿਨ ਨਾਲ ਨਹੀਂ ਗੱਲ ਬਣਨੀ। ਪ੍ਰੀਤਮ ਜੀ ਕਹਿੰਦੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਮਾਲਕ ਤੋਂ ਵਿਛੜੀਆਂ ਰੂਹਾਂ, ਸੁਆਮੀ ਗੁਰੂ, ਗੁਰੂ ਤੋਂ ਵਿਛੜਿਆ ਮਨੁੱਖ ਜਿਹੜਾ ਗੁਰੂ ਵਾਲਾ ਨਹੀਂ ਬਣਦਾ। ਅੱਗੇ ਆਊਗਾ ਸਮਾਂ ਮਾਘੀ ਦਾ। ਭਾਈ ਮਹਾਂ ਸਿੰਘ ਹੋਰੀ ਵਿਛੜ ਗਏ ਸੀ ਮਾਲਕ ਤੋਂ, ਵਿਦਾਵਾ ਲਿਖ ਗਏ ਸੀ, ਤੇ ਉਹਨਾਂ ਚਿਰ ਉਹਨਾਂ ਨੂੰ ਦੁਬਾਰਾ ਸ਼ਾਂਤੀ ਨਹੀਂ ਆਈ ਜਿੰਨਾ ਚਿਰ ਗੁਰੂ ਨੇ ਉਹ ਵਿਦਾਵਾ ਪਾੜਿਆ ਨਹੀਂ। ਲਿਖਿਆ ਸ਼ਾਹੀ ਨਾਲ ਸੀ ਤੇ ਪਾੜਨਾ ਪਿਆ ਖੂਨ ਡੋਲ ਕੇ। ਮੁਕਤਸਰ ਸਾਹਿਬ ਦੀ ਜੰਗ ਵਿੱਚ ਭਾਈ ਮਹਾਂ ਸਿੰਘ ਹੋਰਾਂ ਨੇ ਜਾ ਕੇ ਜੰਗ ਦੇ ਵਿੱਚ ਸਾਥ ਦਿੱਤਾ, ਸ਼ਹੀਦੀਆਂ ਪਾ ਗਏ। ਭਾਈ ਮਹਾਂ ਸਿੰਘ ਜੀ ਬਚੇ, ਔਰ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਬੋਲ ਮਹਾਂ ਸਿਆਂ ਕੀ ਚਾਹੀਦਾ? ਤੁਸੀਂ ਆ ਗਏ? ਹਾਂ ਮਹਾਰਾਜ ਆ ਤਾਂ ਗਏ, ਚੱਲ ਚੰਗਾ ਹੋਇਆ। ਬੋਲ ਤੈਨੂੰ ਕੀ ਦੇਵਾਂ? ਕਹਿੰਦਾ ਜੀ ਕੁਛ ਨਹੀਂ ਚਾਹੀਦਾ, ਤੈਨੂੰ ਮੈਂ ਰਾਜਾ ਬਣਾ ਦਿਆਂ ਦੇਸ਼ ਦਾ? ਨਹੀਂ ਨਹੀਂ। ਮੁਕਤ ਕਰ ਦਿਆਂ? ਨਹੀਂ। ਹੋਰ ਕੀ ਚਾਹੀਦਾ? ਕਹਿੰਦਾ ਉਹ ਵਿਦਾਵੇ ਵਾਲਾ ਕਾਗਜ਼ ਪਾੜੋ ਜਿਹੜਾ ਅਸੀਂ ਲਿਖ ਕੇ ਦੇਤਾ ਤੁਹਾਨੂੰ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਹੋ ਸਤਨਾਮ। ਤੁਸੀਂ ਲਿਖ ਕੇ ਦੇ ਸਕਦੇ ਹੋ ਗੁਰੂ ਨੇ ਵਿਦਾਵਾ? ਸੋਚੋ ਦਿਮਾਗ 'ਚ ਮਾੜਾ ਜੀ, ਜੇ ਭਲਾ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵਿਛੜ ਜਾਈਏ, ਛੱਡ ਜਾਈਏ, ਕਹਿ ਦਈਏ ਤੂੰ ਸਾਡਾ ਨਹੀਂ, ਅਸੀਂ ਤੇਰੇ ਨਹੀਂ, ਫਿਰ ਬਣੂ ਕੀ ਆਪਣਾ? ਕਹੋ ਸਤਨਾਮ। ਕੋਈ ਆਸਰਾ, ਕੋਈ ਧਿਰ, ਕੋਈ ਆਧਾਰ ਹੈ ਆਪਣਾ ਇਸ ਤੋਂ ਬਗੈਰ? ਇਸੇ ਕਰਕੇ ਜਿਸ ਵੇਲੇ ਉਹ ਵਿਛੜ ਗਏ ਤੇ ਤਪ ਗਏ ਹਿਰਦੇ ਉਹਨਾਂ ਦੇ, ਭੱਠੇ ਦੀ ਤਰ੍ਹਾਂ ਦੁਖੀ ਹੋ ਗਏ। ਤੇ ਫਿਰ ਉਸ ਵਿਦਾਵੇ ਨੂੰ ਖਤਮ ਕਰਨ ਵਾਸਤੇ, ਆਤਮਿਕ ਸ਼ਾਂਤੀ ਵਾਸਤੇ ਉਹਨਾਂ ਨੇ ਜਾ ਕੇ ਮੁਕਤਸਰ ਸਾਹਿਬ ਦੀ ਜੰਗ ਵਿੱਚ ਹਿੱਸਾ ਪਾਇਆ। ਤੇ ਗੁਰੂ ਸਾਹਿਬ ਕਹਿੰਦੇ ਮਹਾਂ ਸਿਆ ਤੂੰ ਆਪਦੇ ਵਾਸਤੇ ਕੁਝ ਮੰਗ ਲੈ, ਛੱਡ ਮਾਝੇ ਦਾ ਖਿਆਲ। ਕਹਿੰਦਾ ਨਹੀਂ, ਸਾਰੇ ਮਾਝੇ ਨੂੰ ਜਿਹੜਾ ਕਲੰਕ ਲੱਗਿਆ ਨਾ ਉਹ ਧੋਣਾ ਹੈ ਮਹਾਰਾਜ, ਨਹੀਂ ਤਾਂ ਰਹਿੰਦੀ ਦੁਨੀਆ ਤਾਂ ਕਹਿਣਗੇ ਮਾਝੇ ਵਾਲੇ ਛੱਡ ਕੇ ਭੱਜ ਗਏ ਸੀ। ਕਹੋ ਸਤਨਾਮ। ਉਹ ਵਿਦਾਵਾ ਕਿੱਥੇ ਹੈ? ਪਾਤਸ਼ਾਹ ਕਹਿੰਦੇ ਟੁੱਟੀ ਹੁੱਟੀ। ਮਹਾਂ ਸਿੰਘ ਕਹਿੰਦਾ ਟੁੱਟੀ ਗੰਢ ਲਓ। ਪਾਤਸ਼ਾਹ ਕਹਿੰਦੇ ਟੁੱਟੀ ਹੁੱਟੀ ਛੱਡ ਖੈਣਾ ਤੂੰ ਉਸ ਗੱਲ ਦਾ, ਮੈਂ ਤੈਨੂੰ ਰਾਜਾ ਬਣਾ ਦੇਣਾ, ਤੂੰ ਆ ਗਿਆ। ਕਹਿੰਦਾ ਨਹੀਂ, ਜਿਹੜੇ ਮੇਰੇ ਸਾਥੀ 40 ਜਣੇ
ਸ਼ਹੀਦ ਹੋ ਚੁੱਕੇ ਆ ਜੰਗ ਦੇ ਵਿੱਚ, ਉਹਨਾਂ ਦੀਆਂ ਰੂਹਾਂ ਨੂੰ ਸੱਚਖੰਡ ਐਂਟਰੀ ਨਹੀਂ ਮਿਲ ਰਹੀ, ਸੱਚਖੰਡ ਪ੍ਰਵੇਸ਼ ਨਹੀਂ ਮਿਲ ਰਿਹਾ। ਆਵਾਜ਼ਾਂ ਆਉਂਦੀਆਂ ਤੁਸੀਂ ਗੁਰੂ ਤੋਂ ਟੁੱਟੇ ਹੋਏ ਹੋ, ਜਾਓ ਘਰੇ ਆਪਦੇ, ਜਾਓ ਭਟਕੋ ਦੁਨੀਆ ਵਿੱਚ, ਸੇ ਸੁੱਖ ਨ ਵਸਣ ਭੈਣ। ਉਹ 84 ਲੱਖ ਜੂਨਾਂ ਵਿੱਚ ਭਟਕ ਜਾਂਦੇ ਆ, ਭੈਣ ਭਾਉਣਾ ਭਟਕਣਾ, ਉਧਰ ਚਲੇ ਜਾਂਦੇ ਆ। ਜਿਹੜੀਆਂ ਰੂਹਾਂ ਮਾਲਕ ਤੋਂ ਵਿਛੜ ਗਈਆਂ ਉਹ ਦੁਖੀ ਆ, ਜਿਹੜੇ ਮਨੁੱਖ ਗੁਰੂ ਤੋਂ ਵਿਛੜ ਗਏ ਉਹ ਦੁਖੀ ਆ। ਜਿਵੇਂ ਕੰਤ ਵਿਹੂਣੀਆਂ ਜਿਹੜੀਆਂ ਇਸਤਰੀਆਂ ਪਤੀ ਤੋਂ ਵਿਛੜ ਕੇ ਜਿਵੇਂ ਦੁਖੀ ਆ, ਇਵੇਂ ਆਪਾਂ ਦੁਖੀ ਆ ਗੁਰੂ ਤੋਂ ਬਗੈਰ। ਗੁਰੂ ਵਾਲੇ ਬਣਨਾ ਕਿੰਨਾ ਜ਼ਰੂਰੀ ਆ। ਸਾਡਾ ਜੀਵਨ ਜਿਹੜਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮੇ। ਕਿੰਨਾ ਜ਼ਰੂਰੀ ਆ ਸਾਡੇ ਲਈ, ਪਰ ਅਸੀਂ ਖਾਨਾ ਪੂਰਤੀ ਜੀ ਕਰ ਦਿੰਦੇ ਆ। ਕਹੋ ਸਤਨਾਮ ਸ੍ਰੀ। ਅੱਜ ਆ ਗਏ, ਮੁੜ ਕੇ ਜਿਉਂਦੇ ਰਹੇ ਤਾਂ 2023 'ਚ ਆ ਜਾਵਾਂਗੇ। ਕਹੋ ਸਤਨਾਮ। ਕੀ ਗੱਲ ਬਈ, ਵਿਚਾਲੇ 12 ਮਹੀਨੇ ਕਿੱਥੇ ਰਹੇ ਤੁਸੀਂ? ਏਕੈ ਵਾਹੇ ਨਿਧਾਨਾ ਬਾਣੀ 'ਚ ਪੜ੍ਹੋ। ਮੁਸਲਮਾਨ ਵੀਰ ਵੀ ਰੋਜ਼ੇ ਰੱਖਦੇ ਆ 12 ਮਹੀਨਿਆਂ 'ਚੋਂ 1 ਮਹੀਨਾ, ਔਰ ਇੱਧਰ ਹਿੰਦੂ ਮਤ ਵਿੱਚ ਵੀ ਸਰਾਧ ਨਰਾਤੇ ਹੁੰਦੇ ਆ 12 ਮਹੀਨਿਆਂ 'ਚੋਂ 1 ਮਹੀਨਾ। ਤੇ ਬਾਣੀ ਵਿੱਚ ਇਹ ਬਚਨ ਲਿਖਿਆ ਹੋਇਆ, ਮੈਂ ਕੋਲੋਂ ਨਹੀਂ ਕਹਿ ਰਿਹਾ। 11 ਮਾਸ ਪਾਸ ਕੇ ਰੱਖੈ ਏਕੇ ਮਾਹੇ ਨਿਧਾਨਾ। 1 ਮਹੀਨੇ ਵਿੱਚ ਹੀ ਵੱਡਾ ਹੋ ਗਿਆ ਕੰਮ। 11 ਮਹੀਨੇ ਕਿੱਥੇ ਰਹੇ? ਕੋ ਸਤਨਾਮ ਸੀ। 1 ਮਹੀਨਾ ਰੋਜ਼ੇ ਰੱਖ ਲਏ, ਬਾਕੀ 11 ਮਹੀਨੇ। ਭਾਵ ਹਮੇਸ਼ਾ ਪਰਮੇਸ਼ਰ ਨਾਲ ਜੁੜੀਏ, ਜਿਵੇਂ ਅਸੀਂ ਹਮੇਸ਼ਾ ਰੋਜ਼ੀ ਨਾਲ ਜੁੜੇ ਹੋਏ ਹਾਂ, ਜਿਵੇਂ ਰੋਜ਼ਾਨਾ ਡਿਊਟੀ ਨਾਲ ਜੁੜੇ ਹੋਏ ਹਾਂ, ਜਿਵੇਂ ਰੋਜ਼ਾਨਾ ਅਸੀਂ ਤਨਖਾਹ ਲੈਣ ਵਾਸਤੇ ਡਿਊਟੀ 'ਤੇ ਜਾਂਦੇ ਹਾਂ, ਉਸੇ ਤਰ੍ਹਾਂ ਹੀ ਸੁੱਖ ਲੈਣ ਵਾਸਤੇ ਗੁਰੂ ਨਾਲ ਜੁੜਨਾ ਵੀ ਰੋਜ਼ਾਨਾ ਜ਼ਰੂਰੀ ਆ। ਕਹੋ ਸਤਨਾਮ ਸ੍ਰੀ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਇਹ 3 ਜਣਿਆਂ ਦੀ ਸਲਾਹ ਦਿੱਤੀ ਆ। ਸਾਰੀਆਂ ਰੂਹਾਂ ਮਾਲਕ ਤੋਂ ਵਿਛੜ ਕੇ, ਪ੍ਰਭ ਹੁੰਦਾ ਪਰਮੇਸ਼ਰ, ਜਿਵੇਂ ਪਰਮੇਸ਼ਰ ਤੋਂ ਮਿਲ ਕੇ ਰੂਹਾਂ ਦੁਖੀ ਆ, ਗੁਰੂ ਤੋਂ ਵਿਛੜ ਕੇ ਮਨੁੱਖ ਦੁਖੀ ਆ। ਜੇ ਮੈਂ ਸਿੱਖ ਕਹਿ ਦਿਆਂ ਤਾਂ ਸ਼ਾਇਦ ਇਹ ਗੱਲ ਕੇਵਲ ਪੰਜਾਬੀ ਫਿਰਕੇ ਨਾਲ ਜੁੜ ਜੂ, ਨਹੀਂ। ਹਰ ਮਨੁੱਖ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ, ਉਹ ਸਾਰੇ ਮਨੁੱਖ ਮਾਲਕ ਨਾਲ ਜੁੜਨੇ ਚਾਹੀਦੇ ਆ। ਸਾਰੇ ਮਨੁੱਖਾਂ ਦੀ ਗੱਲ ਹੈ। ਗੁਰਬਾਣੀ ਆਲ ਵਰਲਡ ਦੀ ਆ, ਕਿਸੇ ਇੱਕ ਦੇਸ਼ ਦੀ ਨਹੀਂ ਹੈ, ਕਿਸੇ ਇੱਕ ਫਿਰਕੇ ਦੀ ਨਹੀਂ ਹੈ, ਆਲ ਵਰਲਡ ਵਾਸਤੇ ਆ। ਤਾਂ ਪ੍ਰਭ ਪਰਮਾਤਮਾ ਤੋਂ ਵਿਛੜ ਕੇ ਰੂਹਾਂ, ਗੁਰੂ ਤੋਂ ਵਿਛੜ ਕੇ ਮਨੁੱਖ ਦੁਖੀ ਆ, ਜਿਵੇਂ ਕੰਤ ਤੋਂ ਵਿਛੜ ਕੇ ਇਸਤਰੀ ਦੁਖੀ ਆ। ਇਹ ਉਦਾਹਰਨ ਹੈ। ਮੀਤ ਸੱਜਣ ਸਭ ਜਾਮ, ਉਹਨਾਂ ਦੇ ਮਿੱਤਰ ਸੱਜਣ ਹੀ ਉਹਨਾਂ ਲਈ ਜਮਦੂਤ ਬਣ ਜਾਣਗੇ। ਆਓ ਬੇਨਤੀ ਕਰੀਏ ਅੱਜ ਨਵੇਂ ਸਾਲ ਤੇ। ਵੈਸੇ ਨਵਾਂ ਸਾਲ ਆਪਣਾ ਜਿੱਦੇ ਅਸੀਂ ਗੁਰੂ ਵਾਲੇ ਬਣ ਗਏ ਉਦੋਂ ਸ਼ੁਰੂ ਹੁੰਦਾ ਹੈ। ਕਹੋ ਸਤਨਾਮ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਉਦੋਂ ਵੀ ਸਾਡਾ ਨਵਾਂ ਸਾਲ ਸ਼ੁਰੂ ਹੁੰਦਾ ਹੈ, ਤੇ ਨਵਾਂ ਸਾਲ ਦੇਸੀ ਮਹੀਨਿਆਂ ਮੁਤਾਬਕ ਚੇਤ ਵੀ ਸ਼ੁਰੂ ਹੁੰਦਾ ਹੈ। ਤੇ ਇਹ ਚੇਤ ਦਾ ਡਬਲ ਅਰਥ ਸੁਣ ਲਓ ਹੁਣ ਅੱਗੇ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਇਹ ਤਾਂ ਅਸੀਂ ਆਪਣੀਆਂ ਬੇਨਤੀਆਂ, ਤੇ ਅੱਗੇ ਗੁਰੂ ਦੀ ਹੁਣ ਸੁਜੈਸ਼ਨ ਸਲਾਹ ਲੈ ਲਓ। ਚੇਤ ਗੋਬਿੰਦ ਆਰਾਧੀਐ। ਹੁਣ ਤੁਸੀਂ ਕਹੋਗੇ ਤਾਂ ਚੇਤ ਮਹੀਨੇ ਦੀ ਗੱਲ ਹੈ, ਨਹੀਂ। ਚੇਤਨਾ ਵਿੱਚ, ਦਿਮਾਗ ਵਿੱਚ, ਸੁਰਤ ਵਿੱਚ ਪਰਮੇਸ਼ਰ ਨੂੰ ਸਿਮਰਿਆ ਕਰੋ। ਕਹੋ ਸਤਨਾਮ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਘਣਾ। ਚੇਤ ਦਾ ਮਹੀਨਾ ਸਾਨੂੰ ਇਹ ਨਹੀਂ ਕਹਿੰਦਾ ਵੀ ਚੇਤ ਵਾਲੇ ਦਿਨ ਆਉਣਾ, ਕਈ ਸੰਗਰਾਂਦ ਵਾਲੇ ਦਿਨ ਆਉਣਗੇ। ਹੁਣ ਮਾਘੀ ਆਊਗੀ ਨਾ, ਚੇਤ ਆਊਗਾ, ਫਿਰ ਚੇਤ ਵਾਲੇ ਦਿਨ ਆਵਾਂਗੇ ਆਪਾਂ, ਸੰਗਰਾਂਦ ਵਾਲੇ ਦਿਨ ਆਵਾਂਗੇ, ਫਿਰ ਮਹੀਨਾ ਫਿਰ ਨਹੀਂ ਆਉਣਾ। ਨਹੀਂ, ਬਾਬਾ ਜੀ ਕਹਿੰਦੇ ਰੋਜ਼ਾਨਾ ਸਿਮਰਿਆ ਕਰ। ਕਹੋ ਸਤਨਾਮ। ਚੇਤੇ ਵਿੱਚ ਇਹ 12 ਮਾਹ ਬਹੁਤ ਲੋਕਾਂ ਨੇ ਲਿਖੇ, ਕਵੀਆਂ ਨੇ ਵੀ 12 ਮਾਹੇ ਲਿਖੇ, ਪਰ ਗੁਰੂ ਸਾਹਿਬ ਨੇ ਵੀ ਇੱਕ 12 ਮਾਹ ਰਚਿਆ, ਜੋ ਗੁਰਬਾਣੀ ਵਿੱਚ ਦਰਜ ਹੈ। ਮਾਝ ਮਹੱਲਾ 5ਵਾਂ ਤੁਖਾਰੀ ਰਾਗ ਵਿੱਚ ਬਾਬੇ ਨਾਨਕ ਨੇ ਵੀ ਰਚਿਆ ਇੱਕ। ਤੋ ਇਹ ਜ਼ਿਆਦਾ ਪ੍ਰਚਲਿਤ ਹੈ, ਬਹੁਤ ਸੌਖੇ ਲਫ਼ਜ਼ਾਂ ਨੇ ਵੀ ਸਤਿਗੁਰਾਂ ਨੇ ਲਿਖਿਆ, ਗੁਰੂ ਅਰਜਨ ਦੇਵ ਜੀ ਨੇ।
ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਚੇਤ ਕਹਿੰਦਾ ਹੈ ਪਰਮੇਸ਼ਰ ਨੂੰ ਸਿਮਰਿਆ ਕਰ। ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੇ ਕੀ ਚੇਤਨਾ ਪਰਮੇਸ਼ਰ ਨੂੰ ਸਿਮਰਨਾ। ਸਿਮਰਨ ਕਿਵੇਂ ਕਰੀਏ? ਅਸੀਂ ਜਗ੍ਹਾ ਜਗ੍ਹਾ ਤੋਂ ਮੰਤਰ ਲੈਂਦੇ ਹਾਂ ਤੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਿਆ ਕਰੋ। ਸੰਤ ਜਨਾ ਗੁਰਮੁਖਾਂ ਦੀ ਸੰਗਤ 'ਚ ਬੈਠੋ, ਰਸਨਾ ਨਾਮ ਭਣਾ, ਤੇ ਉੱਥੋਂ ਨਾਮ ਲੈ ਕੇ ਗੁਰੂ ਦੇ ਕੋਲੋਂ ਫਿਰ ਉਹਨੂੰ ਜੀਭ ਦੇ ਨਾਲ ਜਪਿਆ ਕਰੋ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਰਸਨਾ ਨਾਮ ਭਣਾ ਭਾਵ ਜੀਭ ਦੇ ਨਾਲ ਬੋਲਣਾ। ਇਹ ਨਾਮ ਜਪਿਆ ਕਰੋ। ਤੇ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਮਾਲਕ ਨੂੰ ਪਾ ਲਿਆ। ਜਿਨ ਪਾਇਆ ਪ੍ਰਭ ਆਪਣੇ ਆਏ ਤਿਸੇ ਗਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤਾਂ ਉਹਨਾਂ ਨੂੰ ਬੰਦਾ ਸਮਝਦਾ, ਮਨੁੱਖ ਸਮਝਦਾ, ਮਾਨਸ ਸਮਝਦਾ ਜਿਨ੍ਹਾਂ ਨੇ ਆ ਕੇ ਨਾਮ ਜਪ ਕੇ ਆਪਣਾ ਜੰਮਣਾ ਮਰਨਾ ਖਤਮ ਕਰ ਲਿਆ। ਉਹ ਬੰਦੇ ਆ, ਬਾਕੀ ਸਭ ਦੇਖਣ ਨੂੰ ਬੰਦੇ ਆ, ਕਰਤੂਤਾਂ ਪਸ਼ੂਆਂ ਵਾਲੀਆਂ ਹੀ ਆ। ਕੋ ਸਤਨਾਮ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜਿਹੜੇ ਇੱਦਾਂ ਦੇ ਲੋਕ ਹੈ ਬਾਬਾ ਜੀ ਕਹਿੰਦੇ ਮੈਂ ਉਹਨੂੰ ਬੰਦਾ ਨਹੀਂ ਸਮਝਦਾ। ਫਿਰ ਕਿਹਨੂੰ ਬੰਦਾ ਸਮਝਦੇ ਹੋ? ਕਹਿੰਦੇ ਬੰਦਾ ਮੈਂ ਸਮਝਦਾ ਜਿਹੜਾ ਬੰਦਗੀ ਕਰਦਾ ਆ ਕੇ। ਬੰਦਾ ਹੋਏ ਸੋ ਬੰਦਗੀ ਗਾਹੈ, ਬੰਦ ਹੋਏ ਬੰਦ ਸੁਧ ਲਹੈ। ਤੇ ਆਪਣੇ ਇਹ ਸਰੀਰ ਦੀ ਖੋਜ ਕਰੇ, ਉਹ ਬੰਦਾ ਹੈ। ਆਏ ਤਿਸੇ ਗਣਾ, ਮੈਂ ਤਾਂ ਉਹਨਾਂ ਨੂੰ ਬੰਦੇ ਬਣ ਕੇ ਆਇਆ ਸਮਝਦਾ ਜਿਹੜੇ ਇੱਥੇ ਆ ਕੇ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਆ, ਭਟਕਣਾ ਖਤਮ ਕਰ ਲੈਂਦੇ ਆ। ਸਿੱਖੋ ਸਾਲ ਬਾਅਦ ਜਾਈਏ ਧਾਰਮਿਕ ਸਥਾਨ ਤੇ ਨਹੀਂ। ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਜੇ ਇੱਕ ਦਿਨ ਵੀ ਨਾ ਆਇਆ, ਇੱਕ ਛਿਣ ਵੀ ਨਾ ਤੇਰਾ ਧਿਆਨ ਇੱਧਰ ਆਇਆ ਤਾਂ ਫਿਰ ਤੇਰਾ ਜੀਵਨ ਬਰਬਾਦ। ਬਿਰਥਾ ਜਨਮ ਜਣਾ, ਜੰਮਣਾ ਬੇਕਾਰ ਹੋ ਗਿਆ ਸਾਡਾ। ਜਲ ਥਲ ਮਹੀਅਲ ਪੂਰੀਆ ਰਵਿਆ ਵਿੱਚ ਬਣਾ। ਆਓ ਉਸ ਮਾਲਕ ਦੇ ਨਾਲ ਜੁੜੀਏ ਜਿਹੜਾ ਹਰ ਥਾਂ ਤੇ ਹੈ, ਉਸ ਨੂੰ ਹਰ ਵੇਲੇ ਯਾਦ ਕਰੀਏ। ਸੋ ਪ੍ਰਭ ਚੇਤਨ ਆਵੀ ਕਿਤਨਾ ਦੁੱਖ ਗਣਾ। ਕਿਉਂ ਯਾਦ ਕਰੀਏ? ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜੀ ਉਹ ਭੁੱਲ ਜਾਵੇ ਤਾਂ ਫਿਰ ਦੁੱਖ ਕਿੱਡੇ ਵੱਡੇ ਲੱਗਣਗੇ, ਇਹ ਮੈਂ ਗਿਣ ਕੇ ਦੱਸ ਨਹੀਂ ਸਕਦਾ। ਮਤਲਬ ਬਹੁਤ ਵੱਡੇ। ਕਹੋ ਸਤਨਾਮ ਸੀ। ਤੇ ਵੱਡਾ ਦੁੱਖ ਵਿਛੋੜੇ ਦਾ ਹੈ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਫਿਰ ਇਹੋ ਜਿਹੇ ਦੁੱਖ ਵਿਆਪਦੇ ਆ ਮਾਲਕ ਨੂੰ ਭੁਲਾ ਕੇ। ਕਹੋ ਸਤਨਾਮ ਸ੍ਰੀ। ਕਿਤਨਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਤੇ ਜਿਨ੍ਹਾਂ ਨੇ ਸਿਮਰਿਆ ਉਹਨਾਂ ਦੇ ਭਾਗ ਕਿੰਨੇ? ਮਣਾ ਮੂਹੀ। ਮਣਾ ਮੂਹੀ ਕੀ ਹੁੰਦਾ ਹੈ? ਕਿਸੇ ਚੀਜ਼ ਦੀ ਬਹੁਤਾਤ ਦੱਸਣੀ ਹੋਵੇ ਕਿ ਤਾਂ ਮਣਾ ਮੂਹੀ ਆ, ਭਾਵ ਉਹਨਾਂ ਦੇ ਬਹੁਤ ਵੱਡੇ ਭਾਗ ਹਨ। ਕਹੋ ਸਤਨਾਮ ਸੀ। ਉਹਨਾਂ ਦੇ ਭਾਗ ਵੱਡੇ ਹੋ ਗਏ ਜਿਨ੍ਹਾਂ ਨੇ ਸਿਮਰਿਆ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ। ਮੇਰਾ ਮਨ ਉਹਦੇ ਦਰਸ਼ਨਾਂ ਨੂੰ ਲੋਚਦਾ ਹੈ, ਪਾਉਣਾ ਚਾਹੁੰਦਾ ਹੈ। ਨਾਨਕ ਪਿਆਸ ਮਣਾ। ਉਹ ਮਣਾ ਤੈਨੂੰ ਇਹ ਪਿਆਸ ਨਹੀਂ ਲੱਗਦੀ ਕਿ ਮੈਂ ਮਾਲਕ ਨੂੰ ਮਿਲਣਾ ਚਾਹੁੰਦਾ? ਇਹ ਲੱਗਣੀ ਚਾਹੀਦੀ ਹੈ। ਸਾਚੈ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਹ ਇੱਛਾ ਲੈ ਕੇ ਆਏ ਹਾਂ ਕਿ ਚਲੋ ਅੱਜ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਸਾਲ ਵਧੀਆ ਲੰਘੇਗਾ ਆਪਣਾ। ਇਹ ਇੱਛਾ ਰੋਜ਼ ਹੋਵੇ ਕਿ ਚਲੋ ਤੜਕੇ ਤੜਕੇ ਪਹਿਲਾਂ ਦਰਸ਼ਨ ਕਰ ਲਈਏ, 24 ਘੰਟੇ ਵਧੀਆ ਲੰਘ ਜਾਣ। ਕਹੋ ਸਤਨਾਮ ਸਾਡਾ ਦਿਨ ਵਧੀਆ ਲੰਘ ਜਾਵੇ। ਪ੍ਰੀਤਮ ਜੀ ਕਹਿੰਦੇ ਹਰ ਦਰਸ਼ਨ ਕਉ ਮਨ ਲੋਚਦਾ। ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ। ਇਹ ਚੇਤਨਾ, ਇਹ ਸਿਮਰਨ ਹੀ ਤੁਹਾਨੂੰ ਤੁਹਾਡੇ ਮਾਲਕ ਨਾਲ ਮਿਲਾ ਸਕਦਾ ਹੈ। ਚੇਤ ਦਾ ਮਹੀਨਾ ਨਹੀਂ, ਸਿਮਰਨ। ਉਹ 12 ਮਾਹਾਂ ਦੇ ਨਾਂ ਜਿਹੜੇ ਆ 12 ਮਹੀਨਿਆਂ ਦੇ ਰੱਖੇ ਹੋਏ ਨੇ, ਪਰ ਇਹਨਾਂ ਦੇ ਅਰਥ ਕੁਝ ਹੋਰ ਕਹਿੰਦੇ ਆ। ਕੀ ਕਹਿੰਦੇ ਆ? ਡਬਲ ਅਰਥ ਹੈ। ਸਾਰੇ ਮਹੀਨਿਆਂ ਦੇ ਵਾਰੀ ਵਾਰੀ ਆਪਾਂ ਅਗਲੇ ਸਾਲ ਵਿੱਚ ਫੇਰ ਸਰਵਣ ਕਰਾਂਗੇ, ਫੇਰ ਸਰਵਣ ਕਰਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਹਰੇਕ ਮਹੀਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਮਹੀਨੇ ਦਾ ਨਾਂ ਲੈ ਕੇ
गल जीवन की करते आ। कोई सतनाम सी 9 महीने का हुंदा है, गल साडी हुंदी है। प्रीतम जी कहते चेत मिलाए सो प्रभु, ये चेत का महीना भाव तुहाडा जन्म हो गया। गुर घर जन्मे गवन मिटाया, अनहद राते ये मन लाया। अज 2022 च लगदा तुहाडा नवा जन्म होया कि तुसी उठ के गुरु घर आ गए। कहो सतनाम सी। जे हुण हो गया जन्म तो ये जन्म का लाहा खट लईए, जिंदगी भर साल भर। वैसे लंबे समय का पता नहीं गा, जिउना झूठ है मरना सच है, पर जिन्ना भी समा दिता सतगुर ने अज तो ही नाम जपना शुरू कर दिओ। जे इदों पहला भुले रहे तो अज तो शुरू कर दिओ। भाई नंद लाल जी गोया जो औरंगजेब के पुत्र बहादुर शाह का मंत्री आ, मुनीम आ, ते एक बारी कहते औरंगजेब ने एक कुरान का शब्द, कुरान की आयत भेजी आ अर्थ करने वास्ते। ते बहादुर शाह ने अपने लिखारियां तो, अपने पढ़े लिखे काजियां मौलानियां तो अर्थ करा के भेजे। औरंगजेब कहता सही नहीं होए, बड़ा चिंता च है। एक दिन इसके मुनीम भाई नंद लाल जी ने पूछ लिया, बहादुर शाह की गल है, उदास रहने हो यार, एक अपने कुरान दे विचों आयत भेजी आ मेरे बापू ने, ये अर्थ नहीं सही कोई कर सकता। भाई नंद लाल जी कहने मैनू दिखा। भाई नंद लाल जी मुनीम है, उन्होंने इन्होंने कुरान की आयत पढ़ी, बड़े विद्वान सी बहुत तकड़े साडे, ते उन्होंने आयत के अर्थ करके लिख के देते। ते बहादुर शाह ने अपने बापू को भेज दिते औरंगजेब को दिल्ली। औरंगजेब कहता ये अर्थ किने कीते एडे सुंदर, अज तक यहो जी अर्थ नहीं किसी कवि ने कीते, किसी लिखारी ने कीते। बहादुर शाह कहन लग्या जी मेरा एक मुनीम है नंद लाल गोया, उन्हें कीते है। गोया ये कौन है, हिंदू है ये? कहना हाँ जी। अच्छा, एडा तकड़ा विद्वान तो अपने विच होना चाहिए, इनू तुरंत ही मुसलमान बनाया जाए। कोई सतनाम सी। हुणे ही इसनों अपना कलमा पढ़ा के अपने दीन विच लिआंदा जाए। जे मनदा ठीक है, नहीं तो मार दिओ। साडे तो बगैर होर किसी को एडा विद्वान नहीं होना चाहिए। हुण बहादुर शाह का मुनीम जिस जिते जिथे वो बचपन के मित्र भी सीगे। बहादुर शाह कहना मित्रा तू अर्थ करके तो देते पर काम खराब हो गया। मेरा बापू तैनू कहना भी तेनू मुसलमान बन जा, जे तेरा इरादा है तो बनेगा। कहना मैं तो मुसलमान नहीं बनता। कहना फिर दूजा वह हुक्म है भी जे नहीं बनता इनू मार दिओ। पर मित्रा तू मेरा मित्र, मैं तेनू मारना नहीं चाहता। जे तू बचना चाहना तो मुसलमान बन जा, तो नहीं तो फिर इथों भज जा, जिथे बचया जाता बच जाके। मैं तेनू जान बख्शी करदा मित्र जान के। नंद लाल गोया जी उतों चले, घोड़ा लिया, एक नाल मनुख लिया, दोस्त सी वो भी इसका, ते भजाया घोड़ा। ते रस्ते दे भी सलाह करदे भी कित्थे जावांगे यार, आपां औरंगजेब तो कित्थे बचां, क्योंकि मौके का राजा देश का, सारे सूबेदार इनू जानते हैं, सब किते भी आपां नू फड़ा सकदा। ते उहदे दोस्त ने एक सलाह दी, भाई साहब एक थां है जिथे सानू औरंगजेब नहीं मार सकता। कहंदे वो किहड़ा थां है? कहंदे वो है गुरु गोबिंद सिंह आनंदपुर साहिब वाले। कहो सतनाम सी। वो इन्हां दे बराबर की ताकत रखते हैं, बल्कि उदों वध ताकत रखते हैं। आपां उत्थे चलते हैं। भाई नंद लाल जी गोया सीधे बहादुर शाह कोलों चल के आनंदपुर साहब पहुँचते हैं। मिलन तो पहला इन्हें कविता लिख के भेजी है गुरु गोबिंद सिंह जी को। गुरु गोबिंद सिंह जी ने उस कविता का जवाब कविता च दिता इसनों। फिर मिलन आया, दर्शन किए, वो कविता में मिलन की आग्ञा मंगी है इसने। दर्शन किए, मिलिया, गुरु साहब के चरनी लगे, बड़ा प्यार मिलिया। तो फिर बंदे नूं ना कई बारी जदों सीधे रस्ते पै जांदा है, तो जिहड़ी उम्र पिछले जीवन च पुठे रस्ते पै के नशे खा के विषे बकारां च खराब की, वो उम्र का फिर पछतावा हुंदा भी यार मैं पहला क्यों ना आ गया। कोई सतनाम। अज मैं सीधे रस्ते पे हाँ, मैं बचपन तो लैके जवानी की उम्र क्यों है इस पासे गालती।
ਨੰਦ ਲਾਲ ਨੂੰ ਵੀ ਪਛਤਾਵਾ ਹੋਇਆ ਤੇ ਨੰਦ ਲਾਲ ਜੀ ਇੱਕ ਦਿਨ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਜੇ ਕਿਤੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਮੈਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ। ਮੈਂ ਇੰਨਾ ਜੀਵਨ ਐਵੇਂ ਬਰਬਾਦ ਕਰ ਲਿਆ, ਮੁਗਲਾਂ ਦੀ ਨੌਕਰੀ ਕਰਦੇ ਆ। ਤੇ ਉੱਥੇ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ, ਜਿਹੜੀ ਗੱਲ ਅੱਜ ਮੈਂ ਤੁਹਾਨੂੰ ਕਹਿਣਾ। ਉਹ ਕਹਿੰਦੇ, ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜਿਹੜੀ ਲਾਂਘੀ ਲਾਂਘੀ, ਹੁਣ ਤੂੰ ਗਾਹਾਂ ਆ ਗਿਆ ਨਾ, ਸ਼ੁਕਰ ਹੈ ਅਗਲੀ ਸੰਭਾਲ ਗਏ। ਅੱਜ ਤੁਸੀਂ ਆਏ ਹੋ, ਮੈਂ ਤਾਂ ਰੋਜ਼ ਹੀ ਕਹਿਣਾ ਇੱਥੇ ਬੈਠ ਕੇ ਤਾਬਿਆ, ਰੋਜ਼ ਹੀ ਕਥਾ ਹੁੰਦੀ ਹੈ ਇੱਥੇ ਵੀ ਗੁਰੂ ਵਾਲੇ ਬਣੀਏ, ਪਰ ਅੱਜ ਤੁਸੀਂ ਆਏ ਹੋ। ਚਲੋ ਜਿਹੜੀ ਟੱਪ ਗਈ 2022 ਤੋਂ ਪਹਿਲਾਂ, ਆ 2022 ਵਾਲਾ ਸਾਲ ਤਾਂ ਸੰਭਾਲ ਗਏ ਨਾ, ਆਉਣ ਵਾਲਾ ਸਮਾਂ ਸੰਭਾਲੀਏ। ਸੱਜਣ ਠੱਗ ਕਹਿੰਦਾ, ਮਹਾਰਾਜ ਮੇਰਾ ਕੀ ਬਣੂਗਾ, ਮੈਂ ਤਾਂ ਬੜੇ ਪਾਪ ਕੀਤੇ ਆ। ਬਾਬਾ ਨਾਨਕ ਕਹਿੰਦਾ, ਗੱਲ ਸੁਣ ਲਾ, ਪਿਛਲੇ ਤੈਨੂੰ ਬਖਸ਼ ਦਿਆਂਗੇ, ਗਾਹਾਂ ਤੋਂ ਸੰਭਲ ਜਾ। ਕਹੋ ਸਤਨਾਮ। ਪਿਛਲੇ ਤੈਨੂੰ ਮਾਫ ਕੀਤੇ, ਗਾਹਾਂ ਤੋਂ ਸੁਧਰ ਜਾ। ਫਿਰ ਉਹੀ ਸੱਜਣ ਠੱਗ ਜਿਹੜਾ ਸੀਗਾ, ਉਹ ਵਾਕਿਆ ਹੀ ਸੱਜਣ ਬਣਾਤਾ। ਉਹਨੂੰ ਪ੍ਰਚਾਰ ਦੀ ਡਿਊਟੀ ਵੀ ਲਾਈ ਉਸੇ ਧਰਮਸ਼ਾਲਾ ਵਿੱਚ, ਜਿੱਥੇ ਉਹ ਬੰਦਿਆਂ ਦੇ ਕਤਲ ਕਰ ਕਰਕੇ ਖੂਹ ਵਿਸੜਦਾ ਸੀ। ਕਹੋ ਸਤਨਾਮ ਸ੍ਰੀ। ਇਸ ਕਰਕੇ ਆਓ ਗੁਰੂ ਤੋਂ ਆਗਿਆ ਲਈਏ, ਗੁਰੂ ਤੋਂ ਮਾਰਗ ਦਰਸ਼ਨ ਲਈਏ। ਇਹ ਬਾਣੀ ਦਾ ਮਾਰਗ ਦਰਸ਼ਨ ਸਾਨੂੰ ਕੀ ਕਹਿੰਦਾ, ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ। ਆਓ ਗੁਰੂ ਦੇ ਲੜ ਲੱਗੀਏ, ਚਰਨੀ ਲੱਗੀਏ, ਜਿਹੜਾ ਸਾਨੂੰ ਪਰਮੇਸ਼ਰ ਨਾਲ ਮਿਲਾਉਂਦਾ ਹੈ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਆਓ ਸਾਡਾ ਵੀ ਮਨ ਉਹਨੂੰ ਮਿਲਣ ਵਾਸਤੇ ਲੋਚੇ, ਤਿਆਰ ਹੋ ਜਾਵੇ, ਤਿੱਖਾ ਪਿਆਸ ਪੈਦਾ ਹੋ ਜਾਵੇ। ਚੇਤ ਮਿਲਾਏ ਸੋ ਪ੍ਰਭੂ। ਤੇ ਜੇ ਪਿਆਸ ਪੈਦਾ ਕਰਨੀ ਹੈ, ਫਿਰ ਸਿਮਰਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਹਜੇ ਗੁਰੂ ਵਾਲੇ ਨਹੀਂ ਬਣੇ, ਆਪਣਾ ਸਮਾਂ ਸੰਭਾਲੋ। ਤੁਹਾਨੂੰ ਪਰਮੇਸ਼ਰ ਨੇ ਕਿਰਪਾ ਕਰਕੇ 2022 ਦਿਖਾ ਦਿੱਤਾ। 23 ਆਪਣੇ ਹੱਥੋਂ ਨਿਕਲ ਗਿਆ, ਆਪਣਾ 22 ਆ ਗਿਆ, 21 ਨਿਕਲ ਗਿਆ ਆਪਣੇ ਹੱਥੋਂ। ਉਹ ਤਾਂ ਮੁੜ ਕੇ ਨਹੀਂ ਆਉਂਦਾ। ਹੁਣ ਆ 22 ਸਾਡੇ ਹੱਥ 'ਚ ਆਇਆ, ਇਹਨੂੰ ਸੰਭਾਲ ਲਈਏ। ਕਹੋ ਸਤਨਾਮ ਸ੍ਰੀ। आगे समझ चलो नंद लाला, पाछा जो बीती सो बीती। पिछला जैसा भी टप गया ठीक है, अगला संभालिए। तो आप गल कर रहे सीगे दिन रहन दे विच जो पातशाह जी ने सानू बख्शिश कीता कि सिखा एक दिन नहीं, साल बाद नहीं, महीने बाद नहीं, रोजाना ही हर सिमरी दिन सब रहन। आप त्याग शरणी पवा, मुख बोली मिठड़े बहन। जन्म जन्म का बिछड़िया बेनती करिए, हर मेलो सज्जन सैन। क्योंकि जो जी हर ते बिछड़े से सुख न वसन भैन। हर पिर बिन चैन न पाईऐ, मालक तो बगैर शांति नहीं आउंदी। खोज डिठे सब गैन, जिथे मर्जी जाओ। ਤੁਸੀਂ ਆਪਣੇ कैसे भी घर 'ਚ ਰਹਿੰਦੇ ਹੋ, ਝੌਂਪੜੀ ਹੈ, ਕੱਚਾ ਘਰ ਹੈ, ਕੋਠੀ ਹੈ, ਬੰਗਲਾ ਹੈ, ਤੁਸੀਂ ਜਿੱਥੇ ਮਰਜ਼ੀ ਜਾ ਵੜਿਓ, ਜੈਸੀ ਸ਼ਾਂਤੀ ਤੁਹਾਨੂੰ ਤੁਹਾਡੇ ਆਪਣੇ ਘਰ ਵਿੱਚ ਆ ਕੇ ਆਉਣੀ ਹੈ, ਉਹ ਕਿਤੇ ਨਹੀਂ ਆਉਣੀ। ਕਹੋ ਸਤਨਾਮ। ਗੈਨ ਹੁੰਦਾ ਇਲਾਕੇ, ਚਾਰੇ ਕੁੰਟਾਂ ਦਸ਼ੇ ਦਿਸ਼ਾਵਾਂ ਨੂੰ ਦੇਖ ਲਿਆ, ਕਿਤੇ ਸ਼ਾਂਤੀ ਨਹੀਂ ਆਈ ਤੇਰੇ ਤੋਂ ਬਿਨਾਂ। ਖੋਜ ਡਿੱਠੇ ਸਭ ਗੈਨ, आप कमाना बिछड़ी दोष न काहो देन। महाराज तैनों मैं दोष नहीं दिंदी, ये मेरियां गलतियां कि मैं तैथों बिछड़ी। कर किरपा प्रभ रख लियो, होर ना ही करन करेन। साडे वास्ते होर कुछ भी नहीं करन वाला, असी कुछ कर नहीं सकते। तू आप बांह फड़ लै साडी, क्योंकि मैनू हुण पता लग गया। हाँ तुद बिन खाकू रूलना, कहिया किथे वैन। वैन हुंदा रोना। होर किनू रो के दसीए तैथों बिना। तू ना करे तो होर करे किहड़ा, मेरियां सभे जरूरतां पूरियां नो। लोकी तकदे ऐब गुनाह मेरे, मैं तकदा रहमतां तेरियां नो। मैं किनू जाके दसां हुण रो के। मैनू हुण पता लग्या तेरे बिना मेरा कोई हाल नहीं है। कहो सतनाम श्री। हर तुर बिन खाकू रूलना। खाकू रूलना मिट्टी च रुलना। मिट्टी च रुलन का अर्थ की है, 84 लाख जोना, कीड़े मकौड़े, सप ठूहे, किरलियां, पशु आदि, ये सब मिट्टी च रुलते हैं ना। एक मनुखा जन्म है जिहड़ा साफ सुथरा है, तो इस तो अगे साफ सुथरा स्थान है परमेश्वर दे विच मिल जाना। जे वो च ना मिले तो फिर ये रहना नहीं, फिर 84 लाख जोना दोबारे फिर तैयार है। को सतनाम। पता नहीं किधर किधर भटकना है। तां ते हर तुद बिन खाको रूलना, कहिया किथे वैन। आओ बेनती करिए, नानक की बेनंतिया, हर सुर जन देखा नैन। सुर देवते, जन मनुख,
ਮਨੁੱਖਾਂ ਵਿੱਚ ਦੇਵਤੇ, ਭਾਵ ਗੁਰਮੁਖਾਂ ਦੀ ਗੱਲ ਹੈ, ਨਾਮ ਜਪਣ ਵਾਲਿਆਂ ਦੀ ਗੱਲ ਹੈ। ਤੇਰੇ ਨਾਮ ਜਪਣ ਵਾਲਿਆਂ ਦੇ ਦਰਸ਼ਨ ਕਰਾਓ। ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਬੇਨਤੀ ਕਰਦਾ ਹਾਂ ਕਿ ਮਹਾਰਾਜ ਕਿਰਪਾ ਕਰੋ, ਹੁਣ ਤੇਰੇ ਉਹਨਾਂ ਦੇਵਤੇ ਵਰਗੇ ਮਨੁੱਖਾਂ ਦੇ ਦਰਸ਼ਨ ਕਰਾਓ। ਬਲਿਹਾਰੀ ਗੁਰ ਆਪਣੇ ਦਿਓ ਹਾਰੀ ਸਨਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕੱਟ ਨਾ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚੰਨ ਹੁੰਦੇ ਆ ਗੁਰਬਿਨ ਘੋਰ ਅੰਧਾਰ। ਆਓ ਗੁਰੂ ਵਾਲੇ ਬਣੀਏ। ਵਿਚਾਰਾਂ ਇੱਥੇ ਰੋਕਦੇ ਹਾਂ। ਬਹੁਤ ਬਹੁਤ ਧੰਨਵਾਦ। ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਨਵਾਂ ਸਾਲ ਪ੍ਰਾਪਤ ਹੋਇਆ ਆਪਾਂ ਨੂੰ ਸਭ ਨੂੰ। ਪਰ ਜਿਸ ਤਰ੍ਹਾਂ ਪਿਛਲਾ ਸਮਾਂ ਬਤੀਤ ਗਿਆ, ਆਉਣ ਵਾਲਾ ਸਮਾਂ ਕਿਤੇ ਉਸ ਤਰ੍ਹਾਂ ਗੁਰੂ ਤੋਂ ਬਗੈਰ ਨਾ ਬਤੀਤ ਹੋ ਜਾਵੇ। ਗੁਰੂ ਵਾਲੇ ਬਣ ਕੇ ਰਹਿੰਦਾ ਜੀਵਨ ਸਫਲਾ ਕਰੀਏ। ਮਨੁੱਖਾ ਜਨਮ ਦਾ ਲਾਹਾ ਖੱਟੀਏ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਨਹੀਂ ਤਾਂ ਫਿਰ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਅੱਜ ਦਾ ਹੁਕਮਨਾਮਾ ਵੀ ਹੈ, ਦੋਵੇਂ ਥਾਮ ਰੱਖੇ ਗੁਰ ਸੂਰੇ। ਦੋਵੇਂ ਥਾਮ ਪਿਛਲਾ ਜੀਵਨ, ਆਉਣ ਵਾਲਾ ਸਮਾਂ। ਦੋਵੇਂ ਥਾਮ ਲੋਕ ਤੇ ਪਰਲੋਕ। ਕੌਣ ਰੱਖੂਗਾ ਸਾਨੂੰ? ਗੁਰੂ ਸੂਰਮਾ। ਗੁਰੂ ਹੀ ਬਚਾ ਸਕਦਾ ਦੋਵੇਂ ਥਾਵਾਂ ਤੇ। ਦੋਵੇਂ ਥਾਮ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ। ਲੋਕ ਤੇ ਪਰਲੋਕ ਮੇਰੇ ਵਧੀਆ ਬਣਾ ਦਿੱਤੇ। ਜਿਵੇਂ ਭਾਈ ਬਿਧੀ ਚੰਦ ਪਹਿਲਾਂ ਚੋਰ ਸੀਗਾ, ਲੇਕਿਨ ਜਦੋਂ ਗੁਰੂ ਸਾਹਿਬ ਦੀ ਸ਼ਰਨ 'ਚ ਆਇਆ ਕਿ ਮਹਾਂਪੁਰਸ਼ਾਂ ਦੀ ਕਿਰਪਾ ਨਾਲ, ਫਿਰ ਉਹ ਬਿਧੀ ਚੰਦ ਸੂਰਮਾ ਯੋਧਾ ਬਣ ਗਿਆ। ਤੇ ਅੱਜ ਬਿਧੀ ਚੰਦ ਨੂੰ ਸਤਿਕਾਰ ਦਿੰਦੇ ਹਾਂ ਅਸੀਂ। ਦੋਵੇਂ ਲੋਕ ਸਫਲੇ ਹੋ ਗਏ, ਜਿਵੇਂ ਬਿਧੀ ਚੰਦ ਦੇ, ਜਿਵੇਂ ਭੂਮੀ ਹੈ ਚੋਰ ਦੇ, ਜਿਵੇਂ ਸੱਜਣ ਠੱਗ ਦੇ, ਜਿਵੇਂ ਕੌਡੇ ਰਾਖਸ਼ ਦੇ। ਗਿਣਤੀ ਤੋਂ ਬਾਹਰ ਹੈ ਜਿਨ੍ਹਾਂ ਨੂੰ ਬਾਬੇ ਨੇ ਤਾਰਿਆ। ਆਕਾਸ਼ ਦੇ ਤਾਰਿਆਂ ਤੋਂ ਵੀ ਗਿਣਤੀ ਜ਼ਿਆਦਾ ਹੈ ਉਹਨਾਂ ਦੀ, ਕੌਣ ਗਿਣ ਸਕੇ। ਕਹੋ ਸਤਨਾਮ ਸ੍ਰੀ। ਪਰ ਉਹਨਾਂ ਦੇ ਦੋਨੇ ਲੋਕ ਸਫਲੇ ਹੋ ਗਏ। ਦੋਵੇਂ ਥਾਮ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ। ਕਾਰਜ ਹੋਏ ਸਗਲੇ ਪੂਰੇ। ਜਿਹੜੇ ਗੁਰੂ ਵਾਲੇ ਬਣ ਗਏ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ। ਆਓ ਗੁਰੂ ਵਾਲੇ ਬਣੀਏ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰੀਏ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।